ਨਮਸਕਾਰ, ਸਤਿ ਸ੍ਰੀ ਅਕਾਲ। ਮੈਂ ਹਾਂ ਸੁਰਿੰਦਰ ਸਿੰਘ। ਪਿਛਲੇ ਕਈ ਮਹੀਨਿਆਂ ਤੋਂ ਪੰਜਾਬ ਅਤੇ ਦੇਸ਼ ਦੀ ਪੁਲਿਸ ਜਿਹੜੇ ਨਾਮੀ ਗੈਂਗਸਟਰ ਦੇ ਪਿੱਛੇ ਪਈ ਸੀ, ਆਖਰਕਾਰ ਅੱਜ ਉਹ 7 ਸਮੁੰਦਰੋਂ ਪਾਰ ਯਾਨੀ ਕਿ ਕੈਲੀਫੋਰਨੀਆ ਦੇ ਵਿੱਚ ਗੋਲਡੀ ਬਰਾੜ ਡਿਟੇਨ ਕਰ ਲਿੱਤਾ ਗਿਆ। ਸਵੇਰ ਹੁੰਦੇ ਹੀ ਸਾਰੇ ਮੀਡੀਆ ਦੇ ਵਿੱਚ ਇਹ ਖਬਰ ਫਲੈਸ਼ ਹੋਣੀ ਸ਼ੁਰੂ ਹੋ ਗਈ ਕਿ ਗੋਲਡੀ ਬਰਾੜ ਨੂੰ ਕੈਲੀਫੋਰਨੀਆ ਦੇ ਫ੍ਰੈਸਨੋ ਦੇ ਵਿੱਚ ਡਿਟੇਨ ਕਰ ਲਿੱਤਾ ਗਿਆ ਤੇ ਸੁਭਾਵਕ ਸੀ ਕਿ ਰਿਐਕਸ਼ਨ ਵੀ ਆਣੇ ਸੀ। ਤੇ ਗੁਜਰਾਤ ਦੇ ਵਿੱਚ ਪਹੁੰਚੇ, ਉੱਥੇ ਭਗਵੰਤ ਮਾਨ ਜੀ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਤਸਦੀਕ ਵੀ ਕਰ ਦਿੱਤਾ, ਮੋਹਰ ਵੀ ਲਾ ਦਿੱਤੀ ਕਿ ਹਾਂ ਵਾਕਈ ਗੋਲਡੀ ਬਰਾੜ ਨੂੰ ਡਿਟੇਨ ਕਰ ਲਿੱਤਾ ਗਿਆ। ਪਰ ਉਧਰ ਬਲਕੌਰ ਸਿੰਘ ਜੀ ਨੇ ਹਾਲੇ ਤੱਕ ਇਸ ਤੇ ਵੀ ਮਨਸ਼ਾ ਜ਼ਾਹਿਰ ਕੀਤੀ ਹੈ ਕਿ ਕੋਈ ਪਤਾ ਨਹੀਂ ਕਿ ਹਾਲੇ, ਕਿਉਂਕਿ ਕੈਲੀਫੋਰਨੀਆ ਵਾਲੇ ਪਾਸੋਂ US ਵਾਲੇ ਪਾਸੋਂ ਕਿਤੇ ਵੀ ਇਹ ਤਸਦੀਕ ਨਹੀਂ ਕੀਤਾ ਗਿਆ ਕਿ ਗੋਲਡੀ ਬਰਾੜ ਵਾਕਈ ਡਿਟੇਨ ਕੀਤਾ ਗਿਆ, ਕਿ ਉਹਨਾਂ ਦੀ ਹਿਰਾਸਤ ਵਿੱਚ ਹੈ ਕਿ ਨਹੀਂ। ਖੈਰ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਪਰ ਕੀ ਗੋਲਡੀ ਬਰਾੜ ਜੇ ਡਿਟੇਨ ਵੀ ਕਰ ਲਿਆ ਹੈ, ਕਿ ਇਹਨਾਂ ਸੁਖਾਲਾ ਹੋਏਗਾ ਭਾਰਤ ਵਾਸਤੇ ਤੇ ਪੰਜਾਬ ਦੇ ਵਿੱਚ ਲੈ ਕੇ ਆਣਾ ਉਸ ਨੂੰ, ਤਾਂ ਕਿ ਉਸ ਤੋਂ ਪੁੱਛਗਿੱਛ ਕੀਤੀ ਜਾਵੇ। ਇਸੇ ਤੇ ਅੱਜ ਦਾ ਨਜ਼ਰੀਆ ਰਹੇਗਾ ਤੇ ਸਾਡੇ ਨਾਲ ਇਸੇ ਮੁੱਦੇ ਤੇ ਚਰਚਾ ਕਰਨਗੇ ਤੇ ਆਓ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਸੀਨੀਅਰ ਐਡਵੋਕੇਟ ਚਰਨਪਾਲ ਸਿੰਘ ਜੀ ਬਾਗੜੀ ਜੀ, ਆਓ ਸਵਾਗਤ ਕਰ ਲੈਂਦੇ ਹਾਂ। ਥੈਂਕ ਯੂ ਸਰ, ਕਿਵੇਂ ਲੱਗਦਾ ਹੈ? ਪਹਿਲਾਂ ਤਾਂ ਗੋਲਡੀ ਬਰਾੜ ਵਾਰਦਾਤਾਂ ਕਰਦਾ ਹੈ, ਨਾਲ ਦੀ ਨਾਲ ਉਹਦੀ ਜ਼ਿੰਮੇਵਾਰੀ ਲੈਂਦਾ ਹੈ ਤੇ ਇੱਕ ਗਲੇ ਦੀ ਹੱਡੀ ਬਣਿਆ ਹੋਇਆ ਸੀ ਪੰਜਾਬ ਪੁਲਿਸ ਵਾਸਤੇ। ਤੇ ਆਖਰਕਾਰ ਪਹਿਲਾਂ ਕੈਨੇਡਾ ਦੇ ਵਿੱਚ ਸੀ, ਕੈਨੇਡਾ ਤੋਂ ਪਤਾ ਲੱਗਿਆ ਕਿ ਉਹ ਉੱਥੋਂ ਨੇ ਠਿਕਾਣਾ ਬਦਲ ਲਿਆ, ਉਹ US ਚਲਾ ਜਾਂਦਾ ਤੇ ਅੱਜ ਇਹ ਖਬਰ ਆਂਦੀ ਹੈ ਕਿ ਕੈਲੀਫੋਰਨੀਆ ਦੇ ਫ੍ਰੈਸਨੋ 'ਚ ਉਹ ਡਿਟੇਨ ਕਰ ਲਿੱਤਾ ਗਿਆ। ਕਿਵੇਂ ਦੇਖਦੇ ਹੋ ਤੇ ਕਿੰਨਾ ਸੁਖਾਲਾ ਉਹਨਾਂ ਵਾਸਤੇ? ਦੇਖੋ, ਪਹਿਲਾਂ ਤਾਂ ਜਿਹੜੀ ਆਪਾਂ ਅੱਜ ਡਿਸਕਸ਼ਨ ਜਿਹੜੀ ਹੈ ਉਹ ਬੇਸਡ ਹੈ ਓਨਲੀ ਔਨ ਦੀ ਬੇਸਿਸ ਆਫ ਵਟ ਐਵਰ ਵੀ ਹੈਵ ਹਰਡ ਦੀ ਨਿਊਜ਼ ਔਰ ਬੀਇੰਗ ਵਟ ਐਵਰ ਆਈ ਹੈਵ ਹਰਡ ਐਂਡ ਯੂ ਹੈਵ ਹਰਡ ਫਰੋਮ ਦੀ ਵਨ ਆਫ ਦੀ ਮੋਸਟ ਰਿਸਪੌਂਸਿਬਲ person of the state, that is by the chief minister, so we presume it's a true, ਬਿਲਕੁਲ, by presuming whatever statement he has suffered in the public domain ਕਿ ਉਹਦੀ ਅਰੈਸਟ ਹੋ ਗਈ ਹੈ, ਕਿਉਂਕਿ ਸੋਰਸਸ ਤੇ ਇੰਟੈਲੀਜੈਂਸ ਦੇ ਬੇਸ ਤੇ ਹੀ ਸਟੇਟਮੈਂਟ ਦਿੱਤੀ ਜਾਂਦੀ ਹੈ ਡੀ ਰਿਸਪੌਂਸਿਬਲ ਵੀ ਉਹ ਪਕੜਿਆ ਗਿਆ। ਤੁਸੀਂ ਪੁੱਛਿਆ ਕਿਵੇਂ ਦੇਖਦੇ ਹੋ, ਮੈਂ ਬਹੁਤ ਇਸ ਗੱਲ ਨੂੰ ਪੋਜ਼ਿਟਿਵਲੀ ਦੇਖਦਾ। ਇਹ ਅਰੈਸਟ ਹੋਣੀ ਬਹੁਤ ਜ਼ਰੂਰੀ ਸੀ। ਸਿੱਧੂ ਮੂਸੇਵਾਲਾ ਦੇ ਰਿਗਾਰਡਿੰਗ ਮੈਂ ਇਕੱਲਾ ਨਹੀਂ, ਪੂਰੀ ਦੁਨੀਆ ਦੇ ਵਿੱਚ ਜਿੱਥੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਲੋਕ ਬੈਠੇ ਹੋਏ ਨੇ, ਉਹਨਾਂ ਲਈ ਖੁਸ਼ੀ ਦੀ ਲਹਿਰ ਹੈ ਕਿ ਜਿਹੜਾ ਬੰਦੇ ਨੇ ਓਪਨ ਸਟੇਟਮੈਂਟ ਦੇ ਕੇ ਇਹ ਜ਼ਿੰਮੇਵਾਰੀ ਲਈ ਸੀ, ਉਹ ਇੱਕ ਕ੍ਰਿਮੀਨਲ ਤੇ ਅਕਿਊਜ਼ਡ ਪਰਸਨ ਹੈ ਜਿਹਨੂੰ ਅਰੈਸਟ ਕੀਤਾ ਗਿਆ ਕੈਲੀਫੋਰਨੀਆ ਪੁਲਿਸ ਵੱਲੋਂ। ਐਂਡ ਇਹਨੂੰ ਆਪਾਂ ਸਾਰੀ ਜਾਣਦੇ ਹਾਂ ਕਿ ਜਾਂ ਜੇ ਨਹੀਂ ਕੋਈ ਜਾਣਦਾ ਤੇ ਰੈੱਡ ਕਾਰਨਰ ਜਿਹੜੇ ਨੋਟਿਸਸ ਸੀਗੇ ਉਹ ਇਸ਼ੂ ਹੋਏ ਸੀ ਆਫਟਰ ਦੀ ਰਿਕੁਐਸਟ ਬਾਏ ਦੀ CBI, ਕਿਉਂਕਿ ਪੰਜਾਬ ਸਰਕਾਰ, ਪੰਜਾਬ ਪੁਲਿਸ ਦੀ ਇਨਵੈਸਟੀਗੇਸ਼ਨ ਟੀਮ ਨੇ ਰਿਕੁਐਸਟ CBI ਨੂੰ ਕਰਨੀ ਹੁੰਦੀ ਹੈ। ਐਂਡ CBI ਬੀਇੰਗ ਦੀ ਮੈਂਬਰ ਆਫ ਦੀ ਇੰਟਰਪੋਲ, ਤੇ ਰੈੱਡ ਕਾਰਨਰ ਜਿਹੜੇ ਨੋਟਿਸਸ ਸੀ ਇਸ਼ੂ ਹੋ ਗਏ ਸੀ। ਇਨ ਐਗਜ਼ੀਕਿਊਸ਼ਨ ਆਫ ਦੀ ਸੇਮ ਹੀ ਹੈਜ਼ ਬਿਨ ਅਰੈਸਟਡ। ਸੋ ਹੋਪ ਇਹ ਜਿਹੜੀ ਨੈਕਸਟ ਜਿਹੜੀ ਉਹਨੂੰ ਆਉਣ ਦੀ ਪ੍ਰਕਿਰਿਆ, ਮੈਂ ਉਹਦੇ ਰਿਗਾਰਡਿੰਗ ਤੁਹਾਨੂੰ ਚਾਨਣਾ ਪਾਉਂਦਾ। ਵਟ ਇਜ਼ ਦੀ ਡਿਪਲੋਮੈਟਿਕ ਰਿਲੇਸ਼ਨ ਵਿਦ ਦੀ USA, ਕਿਉਂਕਿ ਕੈਲੀਫੋਰਨੀਆ USA ਦੇ ਵਿੱਚ ਹੈ। ਬਿਲਕੁਲ ਸਾਡੀ ਜਿਹੜੀ ਟ੍ਰੀਟੀ ਹੈਗੀ ਆ 25 ਆਫ ਜੂਨ 1997 ਨੂੰ 25 ਜੂਨ 1997 ਨੂੰ USA ਦੇ ਨਾਲ ਸਾਡੀ ਐਕਸਟ੍ਰਾਡੀਸ਼ਨ ਟ੍ਰੀਟੀ ਸਾਈਨ ਹੋ ਰੱਖੀ ਹੈ। ਓਕੇ, ਕਿਉਂਕਿ ਜੇ ਇੱਕ ਬੰਦੇ ਨੂੰ ਤੁਸੀਂ ਫੋਰਨ ਤੋਂ ਲੈ ਕੇ ਆਣਾ ਹੈ, ਦੋ ਪਾਰਟ ਇਹਦੇ ਮੈਂ ਕਲੀਅਰ ਬਰੀਫਲੀ ਦੱਸਦਾ ਸੁਣਨ ਵਾਲਿਆਂ ਨੂੰ। ਜਿੱਦਾਂ ਕਿ ਮਤਲਬ ਬਹੁਤ ਲੋਕਾਂ ਨੂੰ ਰਿਲੀਜੀਅਸ ਤੌਰ ਤੇ, ਕਾਸਟ ਦੇ ਤੌਰ ਤੇ ਜਾਂ ਕਿਸੇ ਆਪਣੇ ਕੰਟਰੀ 'ਚ ਖਤਰਾ ਹੁੰਦਾ, ਉਹ ਕਿਸੇ ਵੀ ਕੰਟਰੀ ਹੋਰ 'ਚ ਚਲਾ ਜਾਂਦਾ ਹੈ। Am I audible, sir? ਜੀ Am I audible, ਪਲੀਜ਼ ਕੰਟੀਨਿਊ। ਹਾਂਜੀ। ਸੋ ਕਿਸੇ ਹੋਰ ਕੰਟਰੀ 'ਚ ਜਾਂਦਾ ਕਿ ਵੀ ਮੈਨੂੰ ਆਪਣੇ ਦੇਸ਼ ਤੋਂ ਖਤਰਾ ਹੈ, ਮੇਰੇ ਤੇ ਝੂਠੇ ਪਰਚੇ ਹੋ ਗਏ, ਉਹਦਾ ਉੱਥੇ ਰਾਈਟ ਬਣ ਜਾਂਦਾ ਅਜ਼ਾਈਲਮ ਲੈਣ ਦਾ। ਉਹ ਅਜ਼ਾਈਲਮ ਸੀਕਰ ਹੋ ਜਾਂਦਾ ਉੱਥੇ ਜਾ ਕੇ। ਜਿਵੇਂ ਮਤਲਬ 1994 ਤੋਂ ਬਾਅਦ ਪੁਲਿਸ ਨੇ ਬੜਾ ਤਸ਼ੱਦਦ ਕੀਤਾ ਸੀ ਲੋਕਾਂ ਨੂੰ। ਬਹੁਤ ਜਿਹੜੇ USA ਦੇ ਵਿੱਚ ਰਹਿੰਦੇ, USA ਦੇ ਲਾਅ ਨੇ ਬਹੁਤ ਪ੍ਰੋਟੈਕਟਿਵ ਨੇ, ਔਰ ਉੱਥੇ ਅਜ਼ਾਈਲਮ ਜਿਹਨੂੰ ਗ੍ਰਾਂਟ ਕਰਤਾ, ਚਾਹੇ ਉਹਨਾਂ ਤੇ ਪਰਚੇ ਦਰਜ ਨੇ, ਉਹ ਹਾਲੇ ਤੱਕ ਇੰਡੀਆ ਨਾ ਉਹਨੂੰ ਐਕਸਟ੍ਰਾਡਾਈਟ ਕਰ ਸਕਿਆ, ਨਾ ਆ ਸਕੇ ਨੇ ਉਹ। ਹੁਣ ਉਸ ਬੰਦੇ ਨੇ, ਕਿਉਂਕਿ ਉਹ 2017 ਦੇ ਵਿੱਚ ਐਜ਼ ਪਰ ਦੀ ਨਿਊਜ਼ ਹੀ ਹੈਜ਼ ਵੈਂਟ ਔਨ ਸਟੂਡੈਂਟ ਵੀਜ਼ਾ,
ਜੀ ਉੱਥੇ ਉਹਦਾ ਸਟੇਟਸ ਕੀ ਸੀ ਕੈਨੇਡਾ ਦੇ ਵਿੱਚ, ਵੈਦਰ ਹੀ ਇਜ਼ ਸਿਟੀਜ਼ਨ ਔਰ ਪੀਆਰ, ਉਹਦੇ ਬਾਰੇ ਆਈ ਡੋਂਟ ਨੋ ਵਾਟ ਇਜ਼ ਦੀ ਸਟੇਟਸ ਆਫ ਦੈਟ ਵੈਰੀ ਪਰਸਨ। ਸੋ ਉਹ ਜੇ ਕੈਲੀਫੋਰਨੀਆ ਚ ਜਾਂ ਮਤਲਬ ਯੂਐਸਏ ਚ ਗਿਆ, ਕੀ ਉਸਨੇ ਪੋਲੀਟੀਕਲ ਅਸਾਈਲਮ ਸੀਕ ਕੀਤਾ ਉੱਥੇ, ਉਹਦੇ ਬਾਰੇ ਕੋਈ ਐਪਲੀਕੇਸ਼ਨ ਲਾਈ ਹੈ, ਇਹ ਅਨਨੋਨ ਹੈ। ਹੁਣ ਉਹਨੂੰ ਐਕਸਟਰਾਡਾਈਟ ਉੱਥੇ ਕਰਨਾ ਹੈ, ਉਹਨੂੰ ਰੂਲ ਫੋਲੋ ਜਿਹੜੇ ਆ ਮੇਰੇ ਅਕੋਰਡਿੰਗਲੀ ਜਿਹੜੇ ਕੰਟਰੀ ਕਰੂਗਾ ਹੀ ਕਰੂਗਾ, ਇਦਾਂ ਤੇ ਹੈ ਨਹੀਂ ਵੀ ਉਹਨੂੰ ਚੁੱਕ ਕੇ ਇਦਾਂ ਲਿਆਇਆ ਜਾਊਗਾ। ਐਕਸਟ੍ਰਾਡੀਸ਼ਨ ਟ੍ਰੀਟੀ ਸਾਡੀ ਹੈ, ਔਰ ਇਹਦੇ ਵਿੱਚ ਯੂਜੂਅਲੀ ਜਿੱਥੇ ਕਿ ਲਾਈਫ ਡੈਥ ਪੈਨਲਟੀ ਹੈ, ਕਿਉਂਕਿ ਫੋਰਨ ਕੰਟਰੀ ਯੂਐਸਏ ਦੇ ਵਿੱਚ ਡੈਥ ਪੈਨਲਟੀ ਨਹੀਂ ਹੈ ਕਿਸੇ ਅਫੈਂਸ ਦੀ, ਡੈਥ ਪੈਨਲਟੀ ਨਹੀਂ ਹੈ। ਇੰਡੀਆ ਦੇ ਵਿੱਚ ਜਿਹੜੇ ਅਫੈਂਸਸ ਦੇ ਵਿੱਚ ਉਹ ਚਾਰਜਡ ਆ ਉਹਦੇ ਵਿੱਚ ਡੈਥ ਪੈਨਲਟੀ ਹੈ, 302 ਹੈ। ਬਿਲਕੁਲ ਹੋਰ ਸੈਕਸ਼ਨ ਤਾਂ ਵਾਧੂ ਲੱਗੇ ਹੋਏ ਨੇ, ਮੈਂ ਸਿਰਫ 302 ਦੀ ਗੱਲ ਕਰਦਾ ਕਿਉਂਕਿ ਇਹਦੇ ਵਿੱਚ ਜਿਹੜੀ ਇੰਪ੍ਰਿਜ਼ਨਮੈਂਟ ਆ ਉਹ ਲਾਈਫ ਤੇ ਡੈਥ ਦੀ ਪੈਨਲਟੀ ਨਾਲ ਹੈ। ਸੋ ਉੱਥੇ ਦੇ ਕੰਟਰੀ ਦਾ ਐਕਸਟ੍ਰਾਡਾਈਟ ਕਰਨਾ ਇੰਡੀਆ ਦੇ ਵਿੱਚ, ਇਹਦੇ ਵਾਸਤੇ ਇੱਕ ਪ੍ਰੋਸੈਸ ਹੈ ਪ੍ਰੋਪਰ, ਜਿਹੜਾ ਜੇ ਆਪਣੀ ਗਵਰਨਮੈਂਟ ਇਨੀਸ਼ੀਏਟਿਵ ਲਏਗੀ ਤਾਂ ਉਹ ਡਿਊ ਕੋਰਸ ਨੂੰ ਫੋਲੋ ਕਰਕੇ ਹੀ ਇੱਥੇ ਆਏਗਾ। ਉਹ ਜੇ ਉਹਨੇ ਪੋਲੀਟੀਕਲ ਅਸਾਈਲਮ ਲਈ ਉੱਥੇ ਐਪਲੀਕੇਸ਼ਨ ਦਾਇਰ ਕੀਤੀ ਹੋਈ ਹੈ। ਹੁਣ ਤੁਸੀਂ ਕੋਈ ਕੁਐਸਚਨ ਅੱਗੇ ਪੁੱਛਣਾ, ਮੈਂ ਨਾਲ ਦੀ ਨਾਲ ਆਨਸਰ ਕਰੀ ਜਾਣਾ ਕਿਉਂਕਿ ਮੈਂ ਬਰੀਫ ਕਰਿਆ ਫਿਰ ਇੰਟਰਸਟਿੰਗ ਰਹੂਗਾ। ਦੇਖੋ ਯੂਐਸ ਦੀ ਜਿਹੜੀ ਟ੍ਰੀਟ ਹੈ ਉਹ ਤਾਂ ਬਿਲਕੁਲ ਵਾਜਬ ਹੈ, ਪਰ ਕਿਉਂਕਿ ਆਪਾਂ ਅਗਰ ਯੂਕੇ ਵਾਲੇ ਪਾਸੇ ਚਲੀਏ, ਨਾ ਤਾਂ ਨੀਰਵ ਮੋਦੀ ਹਾਲੇ ਤੱਕ ਆਇਆ ਹੈ, ਯੈਸ, ਤੇ ਜਿਹੜੇ ਉੱਥੇ ਸੀਗੇ ਉਹ ਸਾਰੇ ਉਵੇਂ ਹੀ ਬੈਠੇ ਨੇ ਹਾਲੇ। ਯੈਸ, ਦੇਖੋ ਮੈਂ ਜੀ ਹਾਂ, ਮੈਂ ਤੁਹਾਨੂੰ ਇੰਨਾ ਕੀ ਆਨਸਰ ਦਿੰਦਾ। ਦੇਖੋ ਉਹ ਜਿਹੜੇ ਮਤਲਬ ਦੋ ਤਰ੍ਹਾਂ ਦਾ ਉੱਥੇ ਡੋਮੈਸਟਿਕ ਜਿਹੜਾ ਰੂਲ ਜਾਂ ਲਾਅ ਪ੍ਰਵੇਲ ਕਰਦਾ, ਉਹਦੀ ਆਪਣੀ ਉਹਨਾਂ ਦਾ ਇੱਕ ਐਕਸਟ੍ਰਾਡੀਸ਼ਨ ਟ੍ਰੀਟੀ ਹੋਗੀ, ਇੱਕ ਉਹਨਾਂ ਦੇ ਖੁਦ ਦੇ ਜਿਹੜੇ ਲਾਅ ਹੋਗੇ ਉਹ ਵੀ ਉਹਨਾਂ ਨੇ ਮਤਲਬ ਕੰਸੀਡਰ ਕਰਨੇ ਆ। ਕਈ ਵਾਰ ਇਦਾਂ ਵੀ ਹੁੰਦਾ ਕਿ ਟ੍ਰਾਇਲ ਹੀ ਉੱਥੇ ਹੋ ਜੇ, ਜੇ ਬੰਦਾ ਇਹ ਕਹਿ ਦੇ ਕਿ ਜੀ ਮੈਨੂੰ ਤਾਂ ਉੱਥੇ ਜਾ ਕੇ ਮੇਰੀ ਜਾਨ ਨੂੰ ਖਤਰਾ ਹੈ, ਮੈਨੂੰ 3rd ਡਿਗਰੀ ਟਾਰਚਰ ਹੋਏਗਾ, ਮੇਰੇ ਨਾਲ ਅਨਫੇਅਰ ਉੱਥੇ ਜਾ ਕੇ ਫੇਅਰ ਟ੍ਰਾਇਲ ਨਹੀਂ ਹੋਣਾ। ਜਿੱਦਾਂ ਹੁਣ ਇਹਦੇ ਵਿੱਚ ਵੀ ਮੈਂ ਦੇਖ ਰਿਹਾ ਸੀ ਕਿ ਉਹਨੇ ਜ਼ਿੰਮੇਵਾਰੀ ਇੱਕ ਲਈ ਹੈ ਡੇਰਾ ਫਾਲੋਅਰ ਨੂੰ ਮਾਰਨ ਦੀ। ਹਾਂਜੀ ਹਾਂਜੀ, ਹਾਂ, ਪ੍ਰਦੀਪ ਕੁਮਾਰ ਦੀ। ਔਰ ਇਹ ਹੋ ਸਕਦਾ ਕਿਸੇ ਵਕੀਲ ਦੀ ਸਲਾਹ ਨਾਲ ਉਹਨੇ ਜ਼ਿੰਮੇਵਾਰੀ ਜਾਂ ਆਪਣਾ ਨਾਮ ਇਹਦੇ ਚ ਪਵਾਇਆ ਹੋਵੇ, ਕਿਉਂਕਿ ਜੇ ਇਹ FIR ਉੱਥੇ ਉਹ ਪ੍ਰੂਵ ਕਰਦਾ ਜਾ ਕੇ ਕੰਸਰਨਡ ਅਥਾਰਟੀ ਦੇ ਕੋਲ ਕਿ ਮੈਨੂੰ ਤਾਂ ਜੀ ਉੱਥੇ ਰਿਲੀਜੀਅਸਲੀ ਖਤਰਾ, ਮੈਨੂੰ ਟਾਰਗੇਟ ਕੀਤਾ ਜਾ ਰਿਹਾ, ਮੈਨੂੰ ਉੱਥੇ ਐਕਸਟ੍ਰਾਡਾਈਟ ਨਾ ਤੁਸੀਂ ਕਰੋ, ਜੇ ਤੁਸੀਂ ਫੇਅਰ ਟ੍ਰਾਇਲ, ਮੈਨੂੰ ਉੱਥੇ ਮੇਰਾ ਫੇਅਰ ਟ੍ਰਾਇਲ ਨਹੀਂ ਹੋ ਸਕਦਾ, ਤੇ ਮੈਨੂੰ ਤੁਸੀਂ ਟਰਾਈ ਇੱਥੀ ਕੰਟਰੀ 'ਚ ਰਹਿ ਕੇ ਕਰ ਲਓ। ਸੋ ਨੀਰਵ ਮੋਦੀ ਦਾ ਵੀ ਕੁਝ ਆਈ ਐਮ ਨਾਟ ਸ਼ੋਰ ਅਬਾਊਟ ਦੀ ਸੇਮ ਵੀ ਟ੍ਰਾਇਲ ਉੱਥੇ ਚੱਲ ਰਿਹਾ, ਸਾਡੇ ਆਫੀਸਰ ਉੱਥੇ ਜਾ ਕੇ ਜਾਂਦੇ ਰਹੇ ਨੇ, ਤੇ ਜਿਹੜਾ ਨੀਰਵ ਮੋਦੀ ਦਾ ਕੇਸ ਹੈ ਉਹ ਕੇਸ ਆਫ ਇਕਨੋਮਿਕ ਅਫੈਂਸਿਸ ਹੈ, ਜਿਹੜੇ ਇਨਵੋਲਵ ਇਨ ਦੀ ਕੇਸ ਦੀ ਗਵਰਨਮੈਂਟ ਇਜ਼ ਲਿਟਲ ਬਿਟ ਹੈਜ਼ੀਟੈਂਟ ਟੁਵਰਡ ਦੀ ਸੇਮ। ਜਿਹੜਾ ਇਹਦਾ ਅਫੈਂਸ ਹੈ, ਇਹਦੇ ਅਫੈਂਸ ਤਾਂ ਮੈਂ ਦੇਖ ਰਿਹਾ ਸੀ ਕਿੰਨੀਆਂ FIR ਦੇ ਵਿੱਚ ਹੀ ਹੈਜ਼ ਬਿਨ ਨੋਮੀਨੇਟਡ, ਹੀ ਹੈਜ਼ ਟੇਕਨ ਦੀ ਇੰਟਾਇਰ ਦੀ ਜ਼ਿੰਮੇਵਾਰੀ ਲਈ ਹੈ ਕਿੰਨੇ ਅਫੈਂਸ ਕਰਨ ਦੀ। ਸੋ ਆਲ ਕੇਸਿਸ ਹੈਵ ਦੀ ਯੂਨੀਕ ਫੈਕਟਮ। UK ਦਾ ਲਾਅ ਕੀ ਹੈ, USA ਦਾ ਤਾਂ ਆਈ ਹੈਵ ਗੋਨ ਥਰੂ। ਹੁਣ ਤੁਸੀਂ, ਮੈਂ ਤੁਹਾਨੂੰ ਇਹਦਾ ਵੇਅਰ ਇਜ਼ ਦੀ ਰੈਡ ਕਾਰਨਰ ਨੋਟਿਸ ਮੈਂ ਉਹ ਦੇਖ ਰਿਹਾ ਸੀ, when it has been by the attempt to murder, criminal conspiracy, supply of illegal firearm, murder, criminal conspiracy, supply of illegal firearms is there। ਤੁਸੀਂ ਇਹਦਾ ਹੈ ਸਿੰਘ, ਮਤਲਬ ਇਹਨਾਂ ਸੁਖਾਲਾ ਨਹੀਂ ਹੈ। you may see this also, this is red corner notice issued against him। so question ਇਹ ਹੈ, it depend ਦੀ ਗਵਰਨਮੈਂਟ ਕਿੰਨਾ ਇਨੀਸ਼ੀਏਟਿਵ ਲੈਂਦੀ ਹੈ, ਕਿੰਨਾ ਐਵੀਡੈਂਸ ਉੱਥੇ ਪ੍ਰੂਵ ਕਰ, ਕਿਉਂਕਿ ਜਿਹੜਾ ਰਿਕੁਐਸਟ ਵੀ ਐਕਸਟ੍ਰਾਡੀਸ਼ਨ ਦੀ ਹੋਣੀ ਹੈ ਨਾ, ਉਹ ਇੰਟਰਸਟਿੰਗਲੀ ਉਹ ਕਦੋਂ ਹੋਣੀ ਹੈ, ਜਦੋਂ ਕਿ FIR ਹੋਗੀ, ਉਸ ਤੋਂ ਬਾਅਦ ਹੀ ਨਹੀਂ ਹੋਣੀ, ਜਦੋਂ ਚਲਾਨ ਪ੍ਰੈਜ਼ੈਂਟ ਹੋ ਜਾਣਾ। ਚਲਾਨ ਪ੍ਰੈਜ਼ੈਂਟ ਹੋਣ ਤੋਂ ਬਾਅਦ ਕੋਗਨੀਜੈਂਸ ਲੈ ਲੈਣਾ ਮੈਜਿਸਟ੍ਰੇਟ ਨੇ, ਉਸ ਤੋਂ ਬਾਅਦ ਅਰੈਸਟ ਵਾਰੰਟ ਇਸ਼ੂ ਕਰ ਦੇਣੇ ਆ ਉਹਦੇ। ਇਹ ਸਾਰਾ ਮੈਨੂੰ ਏਦਾਂ ਲੱਗਦਾ ਕਿ ਹੁਣ ਪ੍ਰੋਸੀਡ ਕਰਨ ਦਾ ਰੀਜ਼ਨ ਵੀ ਇਹੀ ਹੋਊਗਾ ਕਿ ਇਹ ਚਾਰਜ ਸ਼ੀਟ ਵੀ ਪਾਈ ਹੋਊਗੀ। ਜਿਸ ਤਰੀਕੇ ਨਾਲ ਤੁਸੀਂ ਦੇਖੋ, ਤੁਸੀਂ ਇੱਕ ਬਹੁਤ ਵੱਡਾ ਇੱਕ ਖਦਸ਼ਾ ਜ਼ਾਹਿਰ ਕੀਤਾ ਕਿ ਹੋ ਸਕਦਾ ਕਿ ਕਿਸੇ ਵਕੀਲ ਦੀ ਸਲਾਹ ਨਾਲ ਪ੍ਰਦੀਪ ਕੁਮਾਰ ਦੇ ਕੇਸ 'ਚ ਆਪਦਾ ਨਾਮ ਪਵਾਇਆ ਹੋਵੇ, ਤਾਂ ਕਿ ਮਤਲਬ ਮਾਈਟ ਵੀ ਬਲੂਪ੍ਰਿੰਟ ਪਹਿਲਾਂ ਤਿਆਰ ਕੀਤੇ ਹੋਣ, ਮੈਂ ਕਿਸ ਤਰੀਕੇ ਨਾਲ ਇਸ ਕੇਸ ਨੂੰ ਇਹਨਾਂ ਨੂੰ ਹੈਂਡਲ ਕਰਨਾ ਹੈ, ਤਾਂ ਕਿ ਮੈਂ ਕਿਸੇ ਵੀ ਤਰੀਕੇ ਨਾਲ, ਕਿਉਂਕਿ ਉਹਨੂੰ ਵੀ ਲੱਗਦਾ ਹੋਊਗਾ ਕਿ ਅੱਜ ਜਾਂ ਕੱਲ
ਮੈਂ ਫੜਿਆ ਹੀ ਜਾਣਾ ਹੈ, ਤਾਂ ਉਹਨੂੰ ਇਹ ਲੱਗਦਾ ਹੋਊ ਕਿ ਮੈਂ ਇੱਥੇ ਕਿਵੇਂ ਸੇਫ ਰਹਿ ਸਕਦਾ। ਤਾਂ ਇੱਥੇ ਇਹ ਬਿਲਕੁਲ ਇਹ ਗੱਲ ਹੋ ਸਕਦਾ ਹੈ ਕਿ ਮਤਲਬ ਉਹਨੇ ਤਾਂ ਹੀ ਆ ਸਭ ਚੀਜ਼ਾਂ ਕੀਤੀਆਂ ਹੋਣ, ਜਿਵੇਂ ਤੁਸੀਂ ਪ੍ਰਦੀਪ ਕੁਮਾਰ ਦੀ ਗੱਲ ਕਰ ਰਹੇ ਹੋ ਵੀ ਉਹਦੇ 'ਚ ਉਹਨੇ ਆਪਣਾ ਨਾਮ ਪਾਇਆ। ਇਹ ਵੀ ਹੋ ਸਕਦਾ ਵੀ ਹੁਣ ਇੱਕ ਪਾਸੇ ਇਹ ਕਿਹਾ ਵੀ ਉਹਨੂੰ ਡਿਟੇਨ ਕੀਤਾ ਗਿਆ, ਹੋ ਸਕਦਾ ਕਿ ਇਹ ਵੀ ਉਹਦਾ ਇੱਕ ਇਸੇ ਦਾ ਪਲਾਨ ਹੀ ਇਹ ਹੋਵੇ ਕਿ ਮੈਂ ਖੁਦ ਹੀ, ਜਿਹਨੂੰ ਆਪਾਂ ਕਹਿ ਸਕਦੇ ਹਾਂ ਵੀ ਆਤਮ ਸਮਰਪਣ ਕਰ ਦਿੱਤਾ। ਨਹੀਂ, ਉਹ ਆਤਮ ਸਮਰਪਣ ਵਾਲਾ ਤਾਂ ਇਸ਼ੂ ਹੀ ਨਹੀਂ ਹੈ। ਆਤਮ ਸਮਰਪਣ ਵਾਲਾ ਇਸ਼ੂ ਜਿਹੜਾ ਲਾਸਟ ਕੇ ਹੈ ਉਹ ਨਹੀਂ ਹੈ। ਜਿਹੜਾ ਮੈਂ ਤੁਹਾਨੂੰ ਡੈਫੀਨੇਸ਼ਨ ਪੜ੍ਹੀ ਸੀ ਕਿ ਵੀ ਕਿਹੜੇ ਕਿਹੜੇ ਮਤਲਬ ਬੇਸਿਸ ਤੇ, ਕਿਉਂਕਿ ਉਹਦੇ ਕੋਲ ਰੇਸ, ਰਿਲੀਜਨ, ਨੈਸ਼ਨੈਲਿਟੀ, ਮੈਂਬਰਸ਼ਿਪ ਆਫ ਅ ਪਾਰਟਿਕੂਲਰ ਸੋਸ਼ਲ ਗਰੁੱਪ ਔਰ ਪੋਲੀਟੀਕਲ ਓਪੀਨੀਅਨ, ਇਹ ਜਿੱਥੇ ਵੀ ਇਹ ਡੇਂਜਰ ਦਿਖਾਊਗਾ, ਉਹ ਪ੍ਰੂਵ ਕਰੂਗਾ, ਤੇ ਉਹ ਕੰਟਰੀ ਜਿਹੜੀ ਹੈ ਉਹ ਨੌਨ ਰਿਫੋਲਮੈਂਟ ਦੇ ਲਈ ਉਹਨੂੰ ਨਹੀਂ ਐਕਸਟ੍ਰਾਡਾਈਟ ਕਰੂਗੀ। ਸੋ ਦੀ ਨੌਨ ਰਿਫੋਲਮੈਂਟ ਇਜ਼ ਆਲਸੋ ਇਜ਼ ਅ ਫੰਡਾਮੈਂਟਲ ਪ੍ਰਿੰਸੀਪਲ ਆਫ ਇੰਟਰਨੈਸ਼ਨਲ ਲਾਅ, ਜਿਹੜਾ ਫੋਰਬਿਡ ਕਰਦਾ ਹੈ ਕਿ ਰਿਸੀਵਿੰਗ ਕੰਟਰੀ ਜਿਹੜੀ ਐਕਸਟ੍ਰਾਡੀਸ਼ਨ ਉਹਦੀ ਸੌਟ ਕਰ ਰਹੀ ਹੈ, ਜੇ ਇਹ ਆਪਣੀ ਚੀਜ਼ ਤੇ ਉਹ ਦਿਖਾ ਦੂਗਾ ਜੀ ਮੈਨੂੰ ਤਾਂ ਮੇਰੇ ਰਿਲੀਜਨ ਦੇ ਬੇਸ ਤੇ ਮੈਨੂੰ ਖਤਰਾ ਹੈ, ਮੈਨੂੰ ਪਾਰਟਿਕੂਲਰ ਸੈਕਟ, ਇੱਕ ਪਾਰਟਿਕੂਲਰ ਰਿਲੀਜਨ ਤੋਂ ਖਤਰਾ ਹੈ, ਮੈਨੂੰ ਕਿਸੇ ਮੇਰੇ ਨਾਲ ਉੱਥੇ ਡਿਸਕ੍ਰਿਮੀਨੇਸ਼ਨ ਹੋ ਸਕਦਾ ਰੇਸ ਕਰਕੇ, ਨੈਸ਼ਨੈਲਿਟੀ ਕਰਕੇ, ਮੈਨੂੰ ਤਾਂ ਤੁਸੀਂ ਅਜ਼ਾਈਲਮ ਦਿਓ, ਨਾ ਕਿ ਐਕਸਟ੍ਰਾਡਾਈਟ ਕਰੋ। ਹੁਣ ਉਹਦੇ ਮਾਈਂਡ 'ਚ ਇੱਕ ਚੀਜ਼ ਦੱਸੋ, ਅੱਗੇ ਪ੍ਰੋਸੀਡ ਕਰ ਰਹੇ ਕਿ ਇਹ ਹੁਣ ਸੂਬਾ ਸਰਕਾਰ ਦੇ ਮਤਲਬ ਹੁਣ ਹੱਥ ਰਹਿ ਗਿਆ ਕਿ ਕੇਂਦਰ ਸਰਕਾਰ ਹੀ ਸਿਰਫ ਉਹੀ ਕੋਆਰਡੀਨੇਟ ਕਰੇਗੀ US ਉਹਨਾਂ ਨਾਲ ਕਿ ਕਿਸ ਤਰੀਕੇ ਨਾਲ ਐਕਸਟ੍ਰੈਡੀਸ਼ਨ ਕਰਾ ਸਕੇ, ਉਹਦੀ ਇੱਥੇ ਲਿਆਇਆ ਜਾ ਸਕੇ? it's a central government only, sir. Central government. State government is nothing. State government has to make the request only. The foreign ministry is the only competent foreign ministry ਜਿਹੜੀ ਹੈ ਉਹ ਆਪਾਂ ਉਹ ਜੇ ਇੰਡੀਆ ਦੀ ਜਿਹੜੀ ਫੋਰਨ ਮਿਨਿਸਟਰੀ ਆ, ਪੰਜਾਬ ਦੀ ਵੀ ਫੋਰਨ ਮਿਨਿਸਟਰੀ ਹੈ ਬਿਲਕੁਲ, ਜਿਹੜਾ ਇਹ ਐਕਸਟ੍ਰਾਡੀਸ਼ਨ ਦਾ ਜਿਹੜਾ ਸਟੇਟ ਵਾਈਜ਼ ਇੰਟਰਨੈਸ਼ਨਲੀ ਲੈਵਲ ਤੇ ਹੋਣਾ, ਇਟ ਇਜ਼ ਔਨ ਦੀ ਬੇਸਿਸ ਆਫ ਦੀ ਕੰਟਰੀ। ਡਿਪਲੋਮੈਟਿਕ ਚੈਨਲਸ ਨੇ ਇਹ। ਜੇ ਹੁਣ ਕਿਸੇ ਨੂੰ ਕੋਈ ਮਤਲਬ ਡਿਪਲੋਮੈਟਿਕ ਚੈਨਲ ਨੇ, ਕਿਸੇ ਦੀ ਡੈਥ ਹੋ ਗਈ, ਕਿਸੇ ਦੀਆਂ ਡੈਡ ਬੋਡੀਜ਼ ਲੈ ਕੇ ਆਏ ਨੇ, ਜੇ MP ਉਸ ਟਾਈਮ ਭਗਵੰਤ ਮਾਨ ਜਾਂ ਕੋਈ ਪੰਜਾਬ ਨੂੰ ਰਿਪਰੈਜ਼ੈਂਟ ਕਰਨ ਵਾਲਾ ਸੀ, ਸੁਸ਼ਮਾ ਸਵਰਾਜ ਜੀ ਜੇ ਉਸ ਟਾਈਮ ਆਪਣੇ ਫੋਰਨ ਮਿਨਿਸਟਰ ਸੀਗੇ, ਤਾਂ ਉਹਨਾਂ ਨੇ ਕਿੰਨੀ ਜਿੱਥੇ ਕੋਈ ਫੋਰਨ ਕੰਟਰੀ ਤੋਂ ਕੰਟਰੀ ਪੰਜਾਬ ਨੂੰ ਇੰਡੀਆ ਤੋਂ ਆਪਾਂ ਵੱਖ ਕਰਕੇ ਨਾ ਇੱਥੇ ਦੇਖੀਏ। ਜੇ ਸਿੱਧੂ ਮੂਸੇਵਾਲਾ ਪੰਜਾਬ ਦਾ ਮੇਰੇ ਜ਼ਿਹਨ 'ਚ ਇਸ ਲਈ ਹੈ ਕਿਉਂਕਿ ਕ੍ਰੈਡਿਟ ਵਾਰ ਦਾ, ਇੱਥੇ ਕ੍ਰੈਡਿਟ ਵਾਰ ਦੀ ਬੜੀ ਦਿੱਕਤ ਹੈ ਆਪਣੇ ਸਿਆਸਤਦਾਨਾਂ ਦੇ ਵਿੱਚ। ਸੂਬਾ ਸਰਕਾਰ ਆਮ ਆਦਮੀ ਪਾਰਟੀ ਉਹਦਾ ਕ੍ਰੈਡਿਟ ਲੈਣਾ ਚਾਹੂਗੀ, ਕੇਂਦਰ ਸਰਕਾਰ ਉਹਦਾ ਆਪਦਾ ਕ੍ਰੈਡਿਟ ਲੈਣਾ ਚਾਹੂਗੀ। ਤਾਂ ਹੀ ਮੈਂ ਇਹ ਸਵਾਲ ਪੁੱਛਿਆ ਕਿਉਂਕਿ ਹੋ ਸਕਦਾ ਹੈ ਕਿ the case is under the domain of Punjab government. ਕੇਸ ਪੁੱਟ ਅਪ ਤੇ ਪੰਜਾਬ ਗਵਰਨਮੈਂਟ ਨੇ ਕਰਨਾ। ਇਨਵੈਸਟੀਗੇਸ਼ਨ ਏਜੰਸੀ ਪੰਜਾਬ ਦੀ ਵਰਕ ਕਰ ਰਹੀ ਹੈ, ਜਿਹੜਾ ਵਰਕ ਤੇ ਜੋ ਰਿਕੁਆਇਰਮੈਂਟ ਲਾਅ ਦੀ, ਇੰਟਰਨੈਸ਼ਨਲ ਲਾਅ ਦੀ ਹੈ ਕਿ ਉਹਨੂੰ ਉਹਦੀ ਡੈਫੀਨੇਸ਼ਨ 'ਚ ਫਿੱਟ ਕਰਨਾ ਹੈ ਐਕਸਟ੍ਰੈਡੀਸ਼ਨ ਕਰਾਉਣ ਵਾਸਤੇ, ਉਹਦਾ ਪੂਰਾ ਮਟੀਰੀਅਲ, ਉਹਦਾ ਪੂਰਾ ਐਵੀਡੈਂਸ ਜਿਹੜਾ ਉਹ ਪੰਜਾਬ ਸਰਕਾਰ ਦੀ ਇਨਵੈਸਟੀਗੇਸ਼ਨ ਏਜੰਸੀ ਕਰੂਗੀ। ਜੇ ਮੈਜਿਸਟ੍ਰੇਟ ਦਾ ਐਫੀਡੇਵਿਟ ਨਾਲ ਲੱਗ ਕੇ ਜਾਊਗਾ ਤਾਂ ਉਹ ਜਿੱਥੇ ਇਲਾਕਾ ਮੈਜਿਸਟ੍ਰੇਟ ਦੇ ਅੱਗੇ ਚਲਾਨ ਪ੍ਰੈਜ਼ੈਂਟ ਹੋਇਆ ਹੈ ਉਹ ਲੱਗ ਕੇ ਜਾਊਗਾ ਨਾ। ਹਾਂ, ਮਿਨਿਸਟਰੀ ਆਫ ਫੋਰਨ ਹੋਮ ਅਫੇਅਰ ਉਹ ਰਿਕੁਐਸਟ ਕਰੂਗੀ ਐਕਸਟ੍ਰੈਡੀਸ਼ਨ ਲਈ, ਜਦੋਂ ਪੂਰਾ ਆਪਾਂ ਉਹਦੇ ਅੱਗੇ ਪਲੰਦਾ ਦੇਵਾਂਗੇ। ਨਹੀਂ, ਕੋਈ ਇਹੋ ਜਿਹਾ ਕੇਸ ਤੁਹਾਡੇ ਜ਼ਿਹਨ 'ਚ ਆਉਂਦਾ ਕਿ ਜਿੱਥੇ ਕਿ ਬਹੁਤ ਜਲਦੀ ਕੋਈ ਐਵੇਂ ਹੋਇਆ ਹੋਵੇ ਹਾਲੇ ਤੱਕ ਇਨ ਦਾ ਪਾਸਟ ਹਿਸਟਰੀ, ਕਿ ਕੋਈ ਐਵੇਂ ਗੈਂਗਸਟਰ ਜਾਂ ਕੋਈ ਫੜਿਆ ਗਿਆ ਹੋਵੇ ਉੱਥੇ ਦੋਸ਼ੀ ਤੇ ਬੜੀ ਜਲਦੀ ਉਹਨੂੰ ਭਾਰਤ ਸਪੁਰਦ ਕਰ ਦਿੱਤਾ ਹੋਵੇ US ਵਾਲੇ ਪਾਸੋਂ? ਕਿਉਂਕਿ ਮੈਂ ਜਿਵੇਂ ਜ਼ਿਕਰ ਕੀਤਾ, ਹਾਲਾਂਕਿ ਦੋਨਾਂ ਦੇ ਜਿਹੜੇ ਆਫੈਂਸ ਅਲੱਗ ਨੇ, ਨੀਰਵ ਮੋਦੀ, ਵਿਜੇ ਮਾਲਿਆ, ਇਹ ਸਾਰੇ ਇੱਥੋਂ ਪੈਸਾ ਠੱਗਦੇ ਨੇ, ਉੱਥੇ ਜਾ ਕੇ ਬੈਠ ਜਾਂਦੇ ਨੇ, ਤੇ ਜਿੱਥੇ ਕਿ ਕੇਂਦਰ ਸਰਕਾਰ ਆਪਦਾ ਪੂਰਾ ਜ਼ੋਰ ਲਾ ਚੁੱਕੀ ਹੈ। ਹਾਲਾਂਕਿ ਉਸ ਤੇ ਚੋਣਾਂ ਵੀ ਉਸੇ ਮੁੱਦੇ ਤੇ ਵੀ ਲੜੀਆਂ ਗਈਆਂ ਕਿ ਹਾਂਜੀ ਇੱਥੋਂ ਨੀਰਵ ਮੋਦੀ ਉੱਥੇ ਚਲਾ ਗਿਆ, ਇਹਨਾਂ ਨੂੰ ਮੈਂ ਲੈ ਕੇ ਆਵਾਂਗਾ, ਵਿਜੇ ਮਾਲਿਆ ਭੇਜਿਆ ਗਿਆ, ਇਹਨਾਂ ਨੂੰ ਮੈਂ ਲੈ ਕੇ ਆਵਾਂਗਾ। ਇਸ ਤੇ ਇਹ ਇੱਕ ਮੁੱਦਾ ਬਣਾਇਆ ਗਿਆ ਚੋਣਾਂ ਦੇ ਵਿੱਚ, ਤੇ ਕੇਂਦਰ ਸਰਕਾਰ ਨੇ ਪੂਰਾ ਜ਼ੋਰ ਵੀ ਲਾਇਆ। ਪਰ ਹਾਲੇ ਤੱਕ UK ਤੋਂ ਇਹ ਖਬਰਾਂ ਜ਼ਰੂਰ ਆਉਂਦੀਆਂ ਗਈਆਂ ਕਿ ਉਹਨਾਂ ਨੂੰ ਸਟੇ ਮਿਲ ਗਿਆ ਜੀ, ਹਾਂਜੀ ਉੱਥੋਂ ਇੱਕ ਨੀਰਵ ਮੋਦੀ ਨੂੰ ਝਟਕਾ ਕੋਰਟ ਵੱਲੋਂ, ਬੜੀ ਜਲਦੀ ਨੀਰਵ ਮੋਦੀ ਆਜੂ। ਇਹ ਅਸੀਂ ਖਬਰਾਂ ਚਰਨਪਾਲ ਜੀ ਸ਼ਾਇਦ ਸਾਲ ਪਹਿਲਾਂ ਚਲਾ ਚੁੱਕੇ ਸੀ। ਉਦੋਂ ਸਾਨੂੰ ਇਹ ਲੱਗਦਾ ਸੀ ਕਿ ਸ਼ਾਇਦ ਲਓ ਆ ਹੋ ਸਕਦਾ 15 ਦਿਨਾਂ ਬਾਅਦ ਨੀਰਵ ਮੋਦੀ ਆ ਜਾਏ, ਪਰ ਹਾਲੇ ਤੱਕ ਕਹਾਣੀ ਉੱਥੇ ਦੀ ਉੱਥੇ ਹੀ ਹੈ। ਉਸੇ ਨੂੰ ਦੇਖਦੇ ਆਧਾਰ ਬਣਾਉਂਦੇ ਹੋਏ ਲੱਗਦਾ ਕਿ ਗੋਲਡੀ ਬਰਾੜ ਦਾ ਫੜਿਆ ਜਾਣਾ ਇੱਕ ਤਾਂ ਇਹ ਖਬਰ ਹੈ, ਤੇ ਦੂਜਾ ਗੋਲਡੀ ਬਰਾੜ ਨੂੰ ਇੱਥੇ ਲਿਆਣਾ ਉਹ ਕਿੰਨਾ ਕੁ ਸੁਖਾਲਾ ਰਹੇਗਾ, ਉਸੇ ਦਾ ਹੀ ਜ਼ਿਕਰ ਆਪਾਂ ਕਰ ਰਹੇ ਹਾਂ ਜੀ।
ਡੈਫੀਨੇਟਲੀ ਮੈਂ ਤੁਹਾਨੂੰ ਤਾਂ ਹੀ ਸਟਾਰਟਿੰਗ ਦੇ ਵਿੱਚ ਆਨਸਰ ਇਹ ਦਿੱਤਾ ਸੀ, ਚਲੋ ਫੜਿਆ ਜਾਣਾ ਤਾਂ ਇੱਕ ਬਹੁਤ ਅੱਛੀ ਖਬਰ ਹੈ, ਬਿਲਕੁਲ। ਪਰ ਉਹਨੂੰ ਇੱਥੇ ਲਿਆਣਾ ਇੰਨਾ ਆਸਾਨ, ਮੈਂ ਤੁਹਾਨੂੰ ਜੇ ਆਪਾਂ ਲਾਅ ਫੋਲੋ ਕਰੀਏ ਤਦੇ ਮੈਂ ਇਸ ਗੱਲ ਕਰਕੇ, ਕਿਉਂਕਿ ਉਹਦੀ ਨੈਸ਼ਨੈਲਿਟੀ, ਉਹਦਾ ਸਟੇਟਸ ਕੀ ਹੈ, ਕੈਨੇਡਾ 'ਚ ਕੀ ਹੈ, ਉਹ ਫੈਕਟਰ ਨੇ ਉਹ ਸਾਰੇ, ਪਰ ਲਿਆਉਣ ਵਾਸਤੇ ਹਿਊਮਨ ਰਾਈਟਸ ਨੇ, ਹਿਊਮਨ ਰਾਈਟ ਓਬਲੀਗੇਸ਼ਨਸ ਨੇ, ਉਹ ਬਹੁਤ ਮਾਇਨੇ ਰੱਖਦੀਆਂ। ਜਿਹੜਾ ਕੋਈ ਸਪੋਜ਼ ਆਪਾਂ ਅੱਜ ਬੈਠੇ ਇੱਥੇ ਨਿਊਜ਼ ਚੈਨਲ ਤੇ ਡਿਬੇਟ ਕਰ ਰਹੇ ਹਾਂ, ਜਿਹੜੀਆਂ ਯੂਜੂਅਲੀ ਨਿਊਜ਼ ਨੇ ਜਾਂ ਇਟ ਮੇ ਬੀ ਇਨ ਦੀ ਇੰਗਲਿਸ਼ ਔਰ ਇਟ ਮੇ ਬੀ ਇੰਟਰਨੈਸ਼ਨਲ ਨਿਊਜ਼ ਨੇ, ਇਹ ਲੋਕ ਉਹਨੂੰ ਮਿਸਯੂਜ਼ ਕਰਕੇ ਆਪਣੇ ਬੈਨੀਫਿਟ ਲਈ ਵੀ ਐਕਸਰਸਾਈਜ਼ ਕਰ ਸਕਦੇ ਨੇ। ਵੀ ਦੇਖੋ, ਲੋਕ ਸਪੋਜ਼ ਕੋਈ ਬੰਦਾ ਉੱਥੇ ਉਹਨੂੰ ਟਾਰਗੇਟ ਕਰ ਰਿਹਾ, ਉਹ ਮਤਲਬ ਕੋਈ ਵੀ ਚੈਨਲ ਤੇ ਬੈਠਾ ਕਰ ਰਿਹਾ ਜਾਂ ਕੋਈ ਹੋਰ ਕਰ ਰਿਹਾ, ਦੇ ਮਿਸਯੂਜ਼ ਦੈਟ ਕਿ ਆਈ ਹੈਵ ਦੀ ਡੇਂਜਰ ਆਫ ਲਾਈਫ। ਮੈਂ ਤਾਂ ਮੀਡੀਆ ਟ੍ਰਾਇਲ ਹੋ ਚੁੱਕਿਆ ਮੇਰਾ, ਤਾਂ ਮੈਨੂੰ ਤਾਂ ਜਾਂਦੀ ਸਾਰੇ ਉਹਨਾਂ ਨੇ ਫਾਹੇ ਲਾ ਦੇਣਾ, ਮੇਰੀ ਤਾਂ ਸੁਣਵਾਈ ਨਹੀਂ ਹੋਣੀ। ਔਰ ਜਿਹੜਾ ਇੱਥੇ ਲਿਆਉਣ ਵਾਸਤੇ, ਐਕਸਟ੍ਰਾਡੀਸ਼ਨ ਕਰਨ ਵਾਸਤੇ, ਉੱਥੇ ਤਾਂ ਸ਼ੋਰਿਟੀ ਦੇਣੀ ਪੈਂਦੀ ਹੈ ਕਿ ਇਹਨੂੰ ਅਸੀਂ ਟੱਚ ਵੀ ਨਹੀਂ ਕਰਾਂਗੇ, ਨਾ ਇਹਨੂੰ ਅਸੀਂ 3rd ਡਿਗਰੀ ਟੌਰਚਰ ਕਰਾਂਗੇ, ਇਹਨੂੰ ਅਸੀਂ ਫੇਅਰ ਟ੍ਰਾਇਲ ਦੇ ਵਿੱਚ ਰੱਖਾਂਗੇ, ਇਹਦੇ ਨਾਲ ਡਿਸਕ੍ਰਿਮੀਨੇਸ਼ਨ ਨਹੀਂ ਹੋਊਗੀ। ਸੋ ਜਿਹੜੇ ਇਹ ਫੈਕਟਸ ਨੇ, ਇਹ ਉਹਨੇ ਯੂਜ਼ ਆਪਣੇ ਬੈਨੀਫਿਟ ਲਈ ਕਰਦੇ ਨੇ ਵੀ ਮੇਰੀ ਕਿਤੇ ਐਕਸਟ੍ਰਾਡੀਸ਼ਨ ਨਾ ਹੋ ਜਾਵੇ, ਜਿੱਥੋਂ ਤੱਕ ਮੇਰਾ ਓਪੀਨੀਅਨ ਹੈ। ਨਹੀਂ, ਮਤਲਬ ਉਹ ਵੀ ਉੱਥੇ ਰਹਿ ਕੇ ਰਾਜੀ ਹੈ ਕਿ ਅਗਰ ਮੰਨ ਲਓ ਕਿ ਇੱਥੇ ਨਹੀਂ ਲਿਆਂਦਾ ਜਾਂਦਾ ਤਾਂ ਕੀ ਇਸ ਕੇਸ ਦੇ ਬਾਬਤ ਉੱਥੇ ਉਹਨੂੰ ਸਜ਼ਾ ਮਿਲ ਸਕਦੀ ਹੈ, ਜਾਂ ਜਿਹੜੇ ਉਹ ਹੀ ਕੇਸ ਕਿਉਂਕਿ ਉੱਥੇ ਜੇ ਫੜਿਆ ਗਿਆ ਹੈ ਤਾਂ ਉਹਦੇ ਉੱਤੇ ਕਿਹੜੀਆਂ ਧਾਰਾਵਾਂ ਲੱਗੀਆਂ ਹੋਣਗੀਆਂ? ਹੋ ਸਕਦਾ ਹੈ ਕਿ ਕੈਨੇਡਾ ਦੇ ਵਿੱਚ ਉਹਨੇ ਇਲੀਗਲ, US ਦੇ ਵਿੱਚ ਇਲੀਗਲ ਐਂਟਰੀ ਕੀਤੀ ਹੋਵੇ, ਉਸ ਨੂੰ ਓਵਰਸਟੇ ਕਰ ਲਿਆ ਹੋਵੇ, ਉਸ ਨਾਲ ਸੰਬੰਧਿਤ ਹੋਵੇ, ਤਾਂ ਫਿਰ ਇਹ ਕਿਹਾ ਜਾ ਸਕਦਾ ਕਿ ਮੰਨ ਲਓ ਇਹ ਅਗਰ ਉੱਥੋਂ ਫਿਰ ਜਲਦੀ ਛੁੱਟਿਆ ਵੀ ਜਾ ਸਕਦਾ, ਉਹਦੇ ਵਾਸਤੇ ਸੁਖਾਲਾ ਹੋਊਗਾ ਕਿ ਹਾਂ ਮੇਰਾ ਜਿਹੜਾ ਉੱਥੇ ਕੇਸ ਬੰਦਾ ਉਸੇ ਨਾਲ ਰਿਲੇਟਿਡ ਗੱਲ ਹੋਏਗੀ। ਕਿਉਂਕਿ ਜਿਹੜਾ ਰੈੱਡ ਕਾਰਨਰ ਨੋਟਿਸ ਦਾ ਤੁਸੀਂ ਜ਼ਿਕਰ ਕੀਤਾ, ਉਸ ਦਾ ਉੱਥੇ ਕਿੰਨਾ ਕੁ ਅਸਰ ਰਹੇਗਾ? ਜੀ ਦੇਖੋ, ਅਸਰ ਤਾਂ ਦੇਖੋ ਕਿੰਨਾ, ਉਹਨੂੰ ਅਰੈਸਟ ਕਰ ਲਿਆ ਉਹਨਾਂ ਨੇ। ਜੇ ਰੈੱਡ ਕਾਰਨਰ ਨੋਟਿਸ ਇਸ਼ੂ ਹੋਇਆ ਸੀ ਤਦੇ ਉਹਨੂੰ ਕੀਤਾ। ਦੂਜਾ ਤੁਸੀਂ ਕੁਐਸਚਨ ਮੈਨੂੰ ਇਹ ਕਿਹਾ ਕਿ ਵੀ ਉਹ ਮਤਲਬ ਕਿਤੇ ਉਹਨੇ ਇਲੀਗਲ ਐਂਟਰੀ ਕਰ ਲਈ ਹੋਵੇ, ਇਹ ਤਾਂ ਜੇ ਬੰਦੇ ਨੇ ਅਜ਼ਾਇਲਮ ਲੈਣਾ ਹੈ ਨਾ, ਕੋਈ ਉਹ ਟੱਪ ਕੇ ਵੀ ਚਲਾ ਜਾਏ ਉੱਥੇ ਕੰਟਰੀ 'ਚ ਵੀ ਮੈਨੂੰ ਤਾਂ ਖਤਰਾ ਹੈ, ਉਹਨੂੰ ਅਜ਼ਾਇਲਮ ਕੌਣ ਲਊਗਾ? ਜਿਹੜਾ ਪੜਨ ਗਿਆ ਉਹ ਅਜ਼ਾਇਲਮ ਥੋੜੋ ਲਊਗਾ। ਅਜ਼ਾਇਲਮ ਤਾਂ ਉਹ ਗਿਆ ਜਿਹੜਾ ਇਲੀਗਲ ਐਂਟਰੀ ਨਾਲ ਗਿਆ, ਬਿਨਾਂ ਵੀਜ਼ੇ ਤੋਂ ਗਿਆ, ਬਿਨਾਂ ਕਿਸੇ ਮਤਲਬ ਕਿਸੇ ਅਥਾਰਟੀ ਤੋਂ ਕਿਸੇ ਕੰਟਰੀ 'ਚ ਛਾਲ ਮਾਰ ਕੇ ਅੰਦਰ ਜਾ ਕੇ ਵੜ ਗਿਆ ਕਿ ਮੈਨੂੰ ਤਾਂ ਮੇਰੀ ਤਾਂ ਜਾਨ ਨੂੰ ਖਤਰਾ, ਮੇਰੀ ਕੰਟਰੀ 'ਚ, ਮੈਂ ਤੁਹਾਡੇ ਸ਼ੈਲਟਰ 'ਚ ਆ ਗਿਆ, ਮੈਨੂੰ ਪ੍ਰੋਟੈਕਟ ਕਰੋ। ਅਜ਼ਾਇਲਮ ਤਾਂ ਉਹ ਸੀਕ ਕਰੂਗਾ। ਔਰ ਉਹ ਜੇ ਅਜ਼ਾਇਲਮ ਉਹਨੂੰ ਮਿਲਦਾ ਤਾਂ ਉਹ ਕੰਟਰੀ, ਕਿੰਨੇ ਲੋਕ ਨੇ ਜਿਹੜੇ ਸਾਡੇ ਪੰਜਾਬ ਦੇ ਵਿੱਚ 1984 ਤੋਂ ਬਾਅਦ ਜਿਨ੍ਹਾਂ ਦੇ ਅਜ਼ਾਇਲਮ ਲਿਆ, ਬਹੁਤ ਲੋਕ ਨੇ ਉੱਥੇ ਜਿਹੜੇ ਕਹਿੰਦੇ ਸਾਡੇ ਤੇ ਗਲਤ FIR ਦੋ ਗਈਆਂ, ਇਸੇ ਬੇਸ ਤੇ ਅਜ਼ਾਇਲਮ ਮਿਲਿਆ ਉਹਨਾਂ ਨੂੰ USA ਦੇ ਵਿੱਚ। USA ਦਾ ਲਾਅ ਬਹੁਤ ਜ਼ਿਆਦਾ ਫੇਵਰੇਬਲ ਹੈ, ਜਿਹੜੇ ਇਹ ਪ੍ਰੂਵ ਕਰ ਦਿੰਦੇ ਆ ਕਿ ਸਾਨੂੰ ਸਾਡੇ ਕੰਟਰੀ ਦੇ ਵਿੱਚ ਰੇਸ, ਰਿਲੀਜਨ ਤੇ ਸਾਨੂੰ ਟਾਰਗੇਟ ਕੀਤਾ ਜਾ ਰਿਹਾ ਤੇ ਸਾਨੂੰ ਫੇਅਰ ਟ੍ਰਾਇਲ ਦਾ ਖਤਰਾ ਸਾਡੀ ਜਾਨ ਨੂੰ, ਉੱਤੇ ਉਹ ਅਜ਼ਾਇਲਮ ਗ੍ਰਾਂਟ ਕਰ ਦਿੰਦੇ ਆ। ਅਜ਼ਾਇਲਮ ਜਿਹੜਾ ਹੈ ਉਹ ਐਕਸਟ੍ਰਾਡੀਸ਼ਨ ਦਾ ਦੂਜਾ ਪੱਖ ਹੈ। ਐਕਸਟ੍ਰਾਡੀਸ਼ਨ ਰੈੱਡ ਕਾਰਨਰ ਦੀ ਇਫੈਕਟਿਵਨੈਸ ਕੀ ਰਹੀ? ਜੇ ਰੈੱਡ ਕਾਰਨਰ ਨੋਟਿਸ ਵੀ ਜਾਰੀ ਹੋਇਆ, ਡਿਟੇਨ ਵੀ ਕਰ ਲਿਆ, ਪਰ ਉਹਨਾਂ ਨੇ ਤਾਂ ਆਪਦੇ ਕੋਲ ਹੀ ਰੱਖਿਆ, ਤਾਂ ਫਿਰ ਉਸ ਕੰਟਰੀ ਨੂੰ ਮਿਲਿਆ ਕੀ? ਕਿਉਂਕਿ ਆਖਰਕਾਰ ਰੈੱਡ ਕਾਰਨਰ ਦਾ ਮਤਲਬ ਤਾਂ ਹੀ ਹੋਣਾ ਜੀ। ਤੁਸੀਂ ਰੈੱਡ ਜਿਹੜਾ ਕਾਰਨਰ ਹੈ, ਰੈੱਡ ਕਾਰਨਰ ਨੋਟਿਸ ਇਸ਼ੂ ਹੋਣ ਤੋਂ ਬਾਅਦ ਅਰੈਸਟ ਕਰ ਲਿਆ, ਤੇ ਹੁਣ ਸਾਡੀ ਟਰਨ ਹੈ। ਜਿਨ੍ਹਾਂ ਦੀ ਰਿਕੁਐਸਟ ਤੇ ਰੈੱਡ ਕਾਰਨਰ ਇਸ਼ੂ ਹੋਇਆ ਸੀ, ਇੰਡੀਆ ਦੀ ਰਿਕੁਐਸਟ ਦੇ ਉੱਤੇ, ਜੇ ਮੈਂ CBI ਨੂੰ ਰਿਪਰੈਜ਼ੈਂਟ ਕਰਾਂ ਜਾਂ ਪੰਜਾਬ ਗਵਰਨਮੈਂਟ ਨੇ, ਸਾਡੀ ਇਨਵੈਸਟੀਗੇਸ਼ਨ ਏਜੰਸੀ ਨੇ ਰਿਕੁਐਸਟ ਕਰਕੇ ਕੀਤਾ। ਹੁਣ ਇਹਨਾਂ ਦੀ ਟਰਨ ਹੈ ਵੀ ਤੁਸੀਂ ਉਹਨਾਂ ਨੂੰ ਸੈਟੀਸਫਾਈ ਕਰੋ ਕਿ ਵੀ ਹਾਂ ਇਹ ਬੰਦੇ ਦਾ ਜਿਹੜਾ ਐਕਟ ਕੰਡਕਟ ਹੈ ਕ੍ਰਿਮੀਨਲ ਹੈ, ਤੇ ਅਸੀਂ ਇਹਨੂੰ ਪ੍ਰੋਸੀਕਿਊਟ ਕਰਨਾ ਤੇ ਇਸ ਦਾ ਅਸੀਂ ਜਿਹੜਾ ਅੱਗੇ ਲੈ ਕੇ ਜਾਣਾ, ਤੇ ਇਹਦੇ ਅਗੇਂਸਟ ਸਾਡੇ ਕੋਲ ਆਹ ਐਵੀਡੈਂਸ ਹੈ। ਸੋ ਹੁਣ ਸਾਡੀ ਟਰਨ ਹੈ ਉੱਥੇ ਮਤਲਬ ਕਲੈਰੀਫਾਈ ਕਰਨ ਦੀ। ਜੇ ਅਸੀਂ ਉਸ ਡੈਫੀਨੇਸ਼ਨ ਦੇ ਵਿੱਚ ਆ ਜਾਂਦੇ ਹਾਂ ਤੇ ਕਲੈਰੀਫਾਈ ਕਰ ਦਿੰਦੇ ਹਾਂ, ਫਿਰ ਐਕਸਟ੍ਰਾਡਾਈਟ ਕਰ ਦਿੰਦੇ ਹਾਂ ਉਹ। ਹਾਂ, ਇੰਨਾ ਮਤਲਬ ਇਹ ਨਹੀਂ ਵੀ ਬਹੁਤ ਜਲਦੀ ਕਿਸੇ ਨੂੰ ਐਕਸਟ੍ਰਾਡਾਈਟ ਕਰਿਆ। ਤੁਸੀਂ ਮੇਰੇ ਤੋਂ ਐਗਜ਼ਾਮਪਲ ਵੀ ਪੁੱਛੀ ਸੀ, ਸੋ ਉਹ ਕੋਈ ਏਦਾਂ ਦੀ ਐਗਜ਼ਾਮਪਲ ਹਲੇ ਤੱਕ ਮੇਰੇ ਮਾਈਂਡ ਦੇ ਵਿੱਚ ਅਬੂ ਸਲੇਮ ਤੋਂ ਬਿਨਾਂ ਨਹੀਂ ਹੈ, ਜਿਹੜਾ ਕਿ ਮੋਨਿਕਾ ਬੇਦੀ ਵਾਲੇ ਤੁਸੀਂ ਜਾਣਦੇ ਹੋਵੋਗੇ। ਉਦੋਂ ਉਹਨੂੰ ਵੀ ਕਾਫੀ ਟਾਈਮ ਤੋਂ ਬਾਅਦ ਕੀਤਾ ਗਿਆ ਸੀ, ਉਹਨੂੰ ਵੀ ਕਾਫੀ ਟਾਈਮ ਲੱਗਿਆ ਸੀ। ਯੈਸ, ਬਿਲਕੁਲ। ਆਓ ਤੁਹਾਨੂੰ ਪਹਿਲਾਂ ਸੁਣਾ ਦਿੰਦੇ ਹਾਂ ਕਿ ਅੱਜ ਇਹ ਸਭ ਕੁਝ ਹੋਣ ਤੋਂ ਬਾਅਦ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਦਾ ਕੀ ਕਹਿਣਾ ਹੈ, ਤੇ ਉਧਰ CM ਭਗਵੰਤ ਮਾਨ ਨੇ ਕੀ ਕੁਝ ਕਿਹਾ। ਆਓ ਸੁਣਦੇ ਹਾਂ ਪਹਿਲਾਂ।
तो मैं ਤਾਂ ਹਾਲੇ ਮਤਲਬ ਇਹਦੇ ਸਟੇਟਮੈਂਟ ਤਾਂ ਫੇਰ ਹੀ ਦੇ ਸਕਦਾ ਜੇ ਕਿਤੇ ਆਫੀਸ਼ੀਅਲੀ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਕੋਈ ਮੈਨੂੰ ਇਨਫੋਰਮੇਸ਼ਨ ਦਿੱਤੀ ਜਾਊਗੀ। ਹਾਂ, ਪ੍ਰੈਸ ਦੇ ਮਾਧਿਅਮ ਤੋਂ ਜ਼ਰੂਰ ਪਤਾ ਲੱਗ ਰਿਹਾ ਤਾਂ ਥੋੜੀ ਮਨ ਨੂੰ ਸੰਤੁਸ਼ਟੀ ਮਿਲਦੀ ਹੈ ਜੇ ਪ੍ਰਮਾਤਮਾ ਕਰੇ ਖਬਰ ਸੱਚੀ ਹੋਵੇ। ਦੇਖੋ ਜੀ, ਮੈਂ ਜਿੱਥੋਂ ਤੱਕ ਮੇਰੀ ਪੁੱਛਗਿੱਛ ਦਾ ਸਵਾਲ ਹੈ, ਪੁੱਛਗਿੱਛ ਨੂੰ ਤਾਂ ਜਿਵੇਂ ਪੁਲਿਸ ਦੀ ਹੋਣੀ ਚਾਹੀਦੀ ਹੈ ਉਵੇਂ ਨਹੀਂ, ਕਿਉਂਕਿ ਕੋਈ ਗੱਲ ਸਾਹਮਣੇ ਨਹੀਂ ਆ ਰਹੀ ਹਾਲੇ ਤੱਕ। ਜੇ ਪੁੱਛਗਿੱਛ ਹੋਈ ਹੁੰਦੀ ਜਿਸ ਤਰ੍ਹਾਂ ਦੋਸ਼ੀਆਂ ਦੇ ਰਿਮਾਂਡ ਲਏ ਜਾਂਦੇ ਨੇ, ਜਿਸ ਤਰ੍ਹਾਂ ਉਹਨਾਂ ਨੂੰ ਪੁੱਛਗਿੱਛ ਏਜੰਸੀਆਂ ਕਰਦੀਆਂ ਨੇ, ਆਪਾਂ ਭਲੀ ਵੱਧ ਜਾਣਦੇ ਹਾਂ, ਪਰ ਉਸ ਤਰ੍ਹਾਂ ਪੁੱਛਗਿੱਛ ਨਹੀਂ ਹੋਈ। ਹੁਣ ਜਿਵੇਂ ਮੇਰੇ ਕੇਸ ਦੀ ਲਾ ਲਈਏ ਆਪਾਂ, ਪ੍ਰਿਤਪਾਲ ਨੇ ਕਰੀ ਹੈ, ਔਰ ਪ੍ਰਿਤਪਾਲ ਦੀਆਂ ਸਾਹਮਣੇ ਸਾਰੀਆਂ ਗੱਲਾਂ ਆ ਗਈਆਂ, ਤਾਂ ਉਹਦੇ ਕਿਵੇਂ ਭਰੋਸਾ ਕਰੀਏ ਵੀ ਉਹਨੇ ਪ੍ਰੋਪਰਲੀ ਪੁੱਛਗਿੱਛ ਕੀਤੀ ਹੋਣੀ ਹੈ। ਤਾਂ ਮੈਂ ਤਾਂ ਪ੍ਰਸ਼ਾਸਨ ਤੋਂ ਇਹੀ ਉਮੀਦ ਕਰਦਾ, ਅਪੀਲ ਕਰਦਾ ਉਹਨਾਂ ਨੂੰ ਵੀ ਇਹਨਾਂ ਨੂੰ ਦੁਬਾਰਾ ਫੇਰ ਤੋਂ ਲਿਆਂਦਾ ਜਾਵੇ, ਇਹਨਾਂ ਦਾ ਨਾਰਕੋ ਟੈਸਟ ਘੱਟੋ ਘੱਟ ਕੀਤਾ जाए, फिर कोई सच्ची गल आपदे आप शीशा साफ हो जाएगा। क्योंकि अमेरिका के साथ हमारी जो संधि है उसी के मुताबिक हम उसको लेके आएंगे, पक्का लेके आएंगे, और ताकि जिन परिवारों में उसने मतलब 70 बिछा दिए, जिन परिवारों में बेटे बेटियों की हत्याएं हो गई, उन परिवारों को थोड़ा सुकून मिल सके। गोल्डी बराड़ मेन जो मास्टरमाइंड था, अभी और भी हैं, अकेले गोल्डी बराड़ नहीं, और भी हैं। हम सभी का रिकॉर्ड है हमारे पास, हम इंटरनेशनली हम बात कर रहे हैं कि वो आ जाएं यहाँ पे, और यहाँ पे आके उनसे पूछताछ में और भी कुछ खुलासे हो सकते हैं, कहाँ से कैसे कैसे हो सकता है। क्योंकि ये तो पाकिस्तान से करवाता था काम, पाकिस्तान में इसके आदमी थे, पाकिस्तान से ड्रोन आते, ये वो, तो ये गैंग एक प्रॉपर बना हुआ था। तो गोल्डी बराड़ जल्दी पंजाब पुलिस की गिरफ्त में होगा। ਬਿਲਕੁਲ ਤੁਸੀਂ ਸੁਣਿਆ ਕਿ ਗੋਲਡੀ ਬਰਾੜ ਜਲਦੀ ਪੰਜਾਬ ਪੁਲਿਸ ਦੀ ਗ੍ਰਿਫਤ 'ਚ ਹੋਊਗਾ, ਪਰ ਹਾਲੇ ਵੀ, ਕਿਉਂਕਿ ਪਿਛਲੀ ਵਾਰ ਵੀ ਤੁਸੀਂ ਦੇਖਿਆ ਹੋਣਾ ਕਿ ਖਬਰਾਂ ਆਈਆਂ, ਸਾਰੇ ਮੀਡੀਆ ਹਾਊਸ 'ਚ ਵੀ ਚੱਲੀਆਂ ਕਿ ਰਿੰਦੇ ਦੀ ਮੌਤ ਹੋ ਗਈ ਹੈ, ਉਹਦਾ ਕਿਡਨੀ ਫੇਲੀਅਰ ਹੋਇਆ, ਪਰ ਦੂਜੇ ਦਿਨ ਹੀ ਉਹਦੇ ਵੱਲੋਂ ਇੱਕ ਟਵੀਟ ਆ ਜਾਂਦਾ, ਫੇਸਬੁੱਕ ਤੇ ਇੱਕ ਪੋਸਟ ਪਾ ਕੇ, ਤੇ ਇਹ ਤਸਦੀਕ ਕੀਤਾ ਜਾਂਦਾ ਕਿ ਮੈਂ ਚੰਗਾ ਪੜਾ। ਤੇ ਹਾਲੇ ਇਸ ਦਾ ਵੀ ਕੋਈ US ਤੇ ਕੈਲੀਫੋਰਨੀਆ ਵਾਲੇ ਪੱਖੋਂ ਕਿਸੇ ਵੀ ਤਰੀਕੇ ਦਾ ਕੋਈ ਤਸਦੀਕ ਨਹੀਂ ਕੀਤਾ ਗਿਆ ਕਿ ਗੋਲਡੀ ਬਰਾੜ ਵਾਕਈ ਡਿਟੇਨ ਕੀਤਾ ਗਿਆ। ਪਰ ਇਹ ਜ਼ਰੂਰ ਖਬਰਾਂ ਨੇ ਕਿ 20 ਨਵੰਬਰ ਦਾ ਉਹ ਡਿਟੇਨ ਕੀਤਾ ਹੋਇਆ। ਪਰ ਇੱਧਰ ਮਾਨ ਸਾਹਿਬ ਨੇ ਤਸਦੀਕ ਕਰ ਦਿੱਤਾ। ਐਡਵੋਕੇਟ ਸਾਹਿਬ, ਇਹਨੂੰ ਕਿਵੇਂ ਦੇਖਦੇ ਹੋ ਕਿ ਮਾਨ ਸਾਹਿਬ ਨੇ ਤਸਦੀਕ ਵੀ ਕਰਤਾ, ਜੇ ਕੱਲ ਨੂੰ ਕੋਈ ਇਹੋ ਜਿਹੀ ਪੋਸਟ ਆ ਗਈ, ਤੁਹਾਨੂੰ ਨਹੀਂ ਲੱਗਦਾ ਕਿ ਮਾਨ ਸਾਹਿਬ ਵਾਸਤੇ ਔਖਾ ਹੋ ਜਾਣਾ ਡਿਫੈਂਡ ਕਰਨਾ ਵੀ? ਦੇਖੋ, ਸਟੇਟਮੈਂਟ ਜਿਹੜੀ ਅੱਜ ਦੀ, ਜਿੱਥੋਂ ਤੱਕ ਮੈਂ ਤੁਹਾਡੇ ਨਾਲ ਇਹ ਸੁਣ ਰਿਹਾ ਸੀ, ਇਹ ਕਹਿਣਾ ਕਿ ਬਹੁਤ ਜਲਦੀ ਪੰਜਾਬ ਪੁਲਿਸ ਦੀ ਹੋਏਗਾ, ਇਹ ਮਤਲਬ ਜਿਹੜੀ ਇਹਨੂੰ ਇੰਟਰਨੈਸ਼ਨਲ ਲੈਵਲ ਦੀ ਆਬਲੀਗੇਸ਼ਨ ਆ, ਉਹਨੂੰ ਤਾਂ ਪਾਰ ਕਰਨਾ ਹੀ ਪਊਗਾ। ਹੀ ਇਜ਼ ਆਲਸੋ admitting the Sandhi is that which I have already disclosed, that is the extradition treaty 25/6/1997 ਨੂੰ ਜਿਹੜੀ ਸਾਡੀ USA ਦੇ ਨਾਲ ਹੈ। ਪਰ ਤੁਸੀਂ ਨਿਰਵ ਮੋਦੀ ਦੀ ਗੱਲ ਕਰ ਰਹੇ ਹੋ, ਮਾਲੀਆ ਦੀ ਗੱਲ ਕਰ ਰਹੇ ਹੋ। ਮੈਂ ਉਹ ਕੇਸ ਵਿੱਚ ਇੱਕ ਰੀਡ ਆਊਟ ਕਰ ਰਿਹਾ ਸੀ ਕਿ ਉਹਨੇ ਇੱਥੋਂ ਕਿਹਾ ਵੀ ਜੇ ਮੈਨੂੰ ਤੁਸੀਂ ਐਕਸਟ੍ਰਾਡਾਈਟ ਕਰ ਦੋਗੇ ਤਾਂ ਇੰਡੀਆ ਦੀਆਂ ਜੇਲ੍ਹਾਂ ਦੇ ਵਿੱਚ ਲਾਈਟ ਤੱਕ ਦੀ ਵਿਵਸਥਾ ਚੰਗਾ ਹੈ, ਔਰ ਉਹਦੇ ਤੇ ਕੋਰਟ ਨੇ ਐਡਜੂਡੀਕੇਟ ਕੀਤਾ। ਤੁਸੀਂ ਇੰਨੇ ਜ਼ਿਆਦਾ ਜਿਹੜੇ ਹਿਊਮਨ ਰਾਈਟਸ ਨੂੰ ਲੈ ਕੇ ਸੈਂਸਿਟਿਵ ਨੇ ਇਹ ਕੰਟਰੀ, ਜਿਹੜਾ ਹੁਣ USA ਦੇ ਵਿੱਚ ਵੀ ਗਿਆ, ਮੈਂ ਕੈਨੇਡਾ ਔਰ USA ਨੂੰ ਕੰਪੇਅਰ ਕਰ ਰਿਹਾ। USA ਦੇ ਵਿੱਚ ਤਾਂ ਜਿਹੜੇ ਬੰਦੇ ਨੂੰ ਕੋਈ ਆਪਣੇ ਕੰਟਰੀ 'ਚ ਖਤਰਾ ਹੈ, ਉਹਦੇ ਵਾਸਤੇ ਤਾਂ ਪ੍ਰੋਟੈਕਸ਼ਨ। ਸੋ ਜਿਹੜੇ ਇਹ ਲੋਕ ਨੇ ਜਿਹੜੇ ਕਿ ਮਤਲਬ ਬਹੁਤ ਸੋਚੀ ਸਮਝੀ ਉਹਦੇ ਨਾਲ ਵਰਕ ਕਰ ਰਹੇ ਨੇ, they might have discussed with the legal advice also ਕਿੱਦਾਂ ਅਸੀਂ ਬਚ ਸਕਦੇ ਹਾਂ। ਸੋ ਇਹ ਸਟੇਟਮੈਂਟ ਦੇਣਾ, ਅੱਜ ਦੀ ਸਟੇਟਮੈਂਟ ਦੇਣਾ ਬਹੁਤ ਜਲਦੀ ਦੀ ਕੋਈ ਡੈਫੀਨੇਸ਼ਨ ਨਹੀਂ। ਹਾਂ, ਇਹ ਪੋਜ਼ਿਟਿਵ ਚਾਹੀਦਾ ਬੰਦੇ ਨੂੰ, ਬਟ ਮੇਨਲੀ ਇਹਦੇ ਵਿੱਚ ਜੋ ਇੰਟਰਨੈਸ਼ਨਲ ਆਬਲੀਗੇਸ਼ਨਸ ਨੇ, ਜੋ ਇੰਟਰਨੈਸ਼ਨਲ ਲਾਅ ਹੈ, ਉਹ ਤਾਂ ਫੋਲੋ ਕਰਨਾ ਹੀ ਪਏਗਾ ਉਹਨੂੰ ਲੈ ਕੇ ਆਉਣ ਲਈ। ਕੋਈ ਏਦਾਂ ਦਾ ਤਾਂ ਹੈ ਨਹੀਂ ਵੀ ਉਹਨੂੰ ਚੁੱਕ ਕੇ ਏਦਾਂ ਲਿਆਂਦਾ ਜਾਊਗਾ। ਜੇ ਏਦਾਂ ਲਿਆਉਣਾ ਹੁੰਦਾ ਫਿਰ ਤੁਸੀਂ ਫਿਰ ਇੰਟਰਪੋਲ ਤੇ ਜਾਂ ਜਿਹੜੇ ਰੈੱਡ ਕਾਰਨਰ ਨੋਟਿਸਸ ਸੀਗੇ, ਉਹਦੀ ਰਿਕੁਆਇਰਮੈਂਟ ਤਾਂ ਤਦੇ ਪਈ ਹੈ ਨਾ, ਜੇ ਮਤਲਬ ਤੁਸੀਂ ਫੋਲੋ ਕਰਨਾ ਲਾਅ ਨੂੰ। ਇਲੀਗਲ ਵੀ ਨਹੀਂ ਅਸੀਂ ਏਦਾਂ ਵੀ ਕਿਸੇ ਨੂੰ ਫੜ ਕੇ ਚੱਕ ਕੇ ਉੱਥੋਂ 에ਅਰਪੋਰਟ ਤੋਂ ਦੇ ਥਰੂ ਲੈ ਆਵਾਂਗੇ।
ਕੋਈ ਜਿਹੜਾ ਲਾਅ ਆ ਫੋਲੋ ਕਰਨਾ ਪਏਗਾ। ਤਾਂ ਬਿਲਕੁਲ ਮਤਲਬ ਇੰਨਾ ਸੁਖਾਲਾ ਨਹੀਂ ਹੈਗਾ ਇਹ ਸਿਆਸਤਦਾਨ। ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਸਿਆਸਤਦਾਨਾਂ ਨੂੰ ਸ਼ਾਇਦ ਸਿਰਫ ਇਹੀ ਲੱਗਦਾ ਕਿ ਹਾਂ ਬੰਦਾ ਫੜਿਆ ਗਿਆ, ਫਟਾਫਟ ਕ੍ਰੈਡਿਟ ਲੈ ਲਈਏ ਤੇ ਉਸ ਤੋਂ ਬਾਅਦ ਸਰਕਾਰ ਤਾਂ ਸਾਡੀ 5 ਸਾਲ ਰਹਿਣੀ ਹੈ, ਉਸ ਤੋਂ ਬਾਅਦ ਇਹ ਇੱਕ ਮੁੱਦਾ ਬਣ ਜਾਏਗਾ ਤੇ ਫਿਰ ਨਵੀਂ ਸਰਕਾਰ ਬਣਾ ਲਾਂਗੇ ਤੇ ਫਿਰ ਇਹ ਮੁੱਦਾ ਇੱਕ ਪੋਲੀਟੀਕਲ ਮੁੱਦਾ ਰਹਿ ਜਾਣਾ, ਸਿਰਫ ਲੋਕਾਂ ਤੋਂ ਵੋਟਾਂ ਮੰਗਣ ਦਾ ਮੁੱਦਾ ਰਹਿ ਜਾਣਾ। ਤਾਂ ਦੂਜੇ ਪਾਸੇ ਪਰ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਦੀ ਗੱਲ ਦੇਖੀਏ ਤਾਂ ਵਾਕਈ ਦਾ ਮਤਲਬ ਉਹਨਾਂ ਦੀ ਤਾਂ ਜਿਹੜਾ ਸ਼ੱਕ ਹੈ ਉਹ ਤਾਂ ਸਹੀ ਹੈ ਨਾ। ਕਹਿੰਦੇ ਫੜਿਆ ਗਿਆ ਪਰ ਲਿਆਊਗਾ ਕਿਵੇਂ, ਲਿਆਊਗਾ ਕਦੋਂ, ਇੰਟਰੋਗੇਟ ਹੋਣਗੇ। ਹਾਲੇ ਤਾਂ ਉਹਨਾਂ ਨੇ ਜਿਵੇਂ ਪ੍ਰਿਤਪਾਲ ਦਾ ਜ਼ਿਕਰ ਕੀਤਾ ਸੀਆਈਏ ਇੰਚਾਰਜ ਵੀ ਇੱਥੇ ਤਾਂ ਇਹੋ ਜਿਹੇ ਬੰਦੇ ਬੈਠੇ ਨੇ, ਕਿਵੇਂ ਦੇਖਦੇ ਹੋ ਜੀ? ਦੇਖੋ ਮੈਂ ਮਤਲਬ ਦਿਸ ਇਜ਼ ਇਵਨ ਦੋ ਨਾਟ ਰਿਲੇਟਡ ਟੂ ਲਾਅ ਬਟ ਇਜ਼ ਮਾਈ opinion I am very apprehensive these days what is happening in the Punjab and especially after the brutal murder, daylight murder of this personality which we may say ਕਿ ਪੰਜਾਬੀਅਤ ਪੰਜਾਬੀ ਭਾਸ਼ਾ ਨੂੰ ਐਦਾਂ ਲੱਗਦਾ ਸੀ। ਦੋ ਤਰ੍ਹਾਂ ਦੇ ਗਾਇਕ ਮੈਂ ਦੇਖ ਰਿਹਾ ਮਤਲਬ ਆਪਣੀ ਲਾਈਫ ਦੇ ਵਿੱਚ। ਉਹ ਲੋਕ ਨੇ ਜਿਹੜੇ ਇੱਕ ਸ਼ਹਿਰੀ ਟਾਈਪ ਬਣ ਗਏ ਨੇ, ਇੱਕ ਉਹ ਲੋਕ ਨੇ ਜਿਹੜੇ ਇਹ ਉਹ ਯੂਨੀਕ ਪਰਸਨੈਲਿਟੀ ਸੀ ਜਿਹਨੇ ਮਤਲਬ ਠਾਠ ਪੰਜਾਬੀਅਤ ਨੂੰ ਆਏ ਪਰੋ ਕੇ ਰੱਖਤਾ ਸੀ ਵੀ ਹਾਂ ਕਿੱਦਾਂ ਖੇਤਾਂ 'ਚ ਰਹਿਣਾ, ਖੇਤਾਂ 'ਚ ਕੰਮ ਕਰਨਾ। ਤੇ ਆਈ ਆਲਸੋ ਬਿਲੋਂਗ ਟੂ ਜੱਟ ਸਿੱਖ ਫੈਮਿਲੀ, ਮੈਂ ਦੇਖਿਆ ਖੁਦ ਖੇਤੀ ਕਰਦੇ ਵੀ ਰਹੇ ਆ। ਬਟ ਇੱਥੇ ਆ ਕੇ ਹਾਈ ਕੋਰਟ, ਸੁਪਰੀਮ ਕੋਰਟ ਆਉਣ ਕਰਕੇ ਮੈਨੂੰ ਵੀ ਕਈ ਵਾਰ ਲੱਗਦਾ ਹੁੰਦਾ ਪਤਾ ਨਹੀਂ ਸ਼ਹਿਰੀ ਜੇ ਹੋ ਗਏ। ਪਰ ਇਹ ਬੰਦੇ ਨੇ ਤਾਂ ਉੱਥੇ ਰਹਿ ਕੇ ਦਿਖਾਤਾ ਨਾ ਵੀ ਕਰਕੇ, ਔਰ ਇੰਨਾ ਫਲਰਿਸ਼ ਕਰਤਾ ਸੀ। ਜੇ ਏਦਾਂ ਦਾ ਸਟਾਰ ਬੰਦਾ ਅੱਜ ਸੇਫ ਨਹੀਂ ਹੈ, ਪੰਜਾਬ ਦੇ ਵਿੱਚ ਸੇਫ ਨਹੀਂ ਹੈ, ਤਾਂ ਅਸੀਂ ਕੀ ਫਿਊਚਰ ਨੂੰ ਐਕਸਪੈਕਟ ਕਰ ਰਹੇ ਹਾਂ? ਅੱਜ ਉਹਦੀ ਡੈਥ ਹੋ ਗਈ, ਕੱਲ ਨੂੰ ਤੁਸੀਂ ਇਹਨੂੰ ਲਿਆਓ। ਪਹਿਲਾਂ ਤਾਂ ਮੈਨੂੰ ਇਹ ਗੱਲ ਕਰਦਾ ਵੀ ਜਿਹੜੇ ਪੰਜਾਬ 'ਚ ਜਾਂ ਆਸ-ਪਾਸ ਦੀਆਂ ਸਟੇਟਾਂ ਦੇ ਵਿੱਚ ਇੰਡੀਆ 'ਚ ਛੁਪੇ ਹੋਏ ਨੇ, ਪਹਿਲਾਂ ਉਹਨਾਂ ਨੂੰ ਵੀ ਕੱਢ ਲਿਓ ਤੁਸੀਂ। ਜਿਹੜੀ ਐਪਰੀਹੈਂਸ਼ਨ ਉਹਦੇ ਫਾਦਰ ਮਦਰ ਕਹਿ ਰਹੇ ਨੇ, ਗਵਰਨਮੈਂਟ ਦੀ ਇਹ ਇੱਕ ਮਤਲਬ ਦਿੱਲੀ ਗਵਰਨਮੈਂਟ ਦੀ, ਦਿੱਲੀ ਪੁਲਿਸ ਦੀ ਇਨਪੁਟ ਸੀ ਕਿ ਇਹਦੀ ਜਾਨ ਨੂੰ ਖਤਰਾ ਹੈ। ਇੱਕ ਸੈਲੀਬ੍ਰਿਟੀ ਹੈ, ਸੈਲੀਬ੍ਰਿਟੀ ਨੂੰ ਤਾਂ ਪ੍ਰੋਟੈਕਟ ਸਟੇਟ ਨਹੀਂ ਕਰੂ, ਹੋਰ ਕੌਣ ਕਰੂਗਾ? ਜੇ ਉਹ ਇੱਕ ਪੋਲੀਟੀਕਲ ਪਾਰਟੀ ਦੇ ਵਿੱਚੋਂ ਉਹ ਇੱਕ ਇਲੈਕਸ਼ਨ ਹਾਰ ਗਿਆ, ਸੈਲੀਬ੍ਰਿਟੀ ਤਾਂ ਨਹੀਂ ਉਹ ਖਤਮ ਹੋਇਆ। ਸੈਲੀਬ੍ਰਿਟੀ ਨੂੰ ਤਾਂ ਤੁਸੀਂ ਪ੍ਰੋਟੈਕਟ ਕਰਨਾ ਹੀ ਕਰਨਾ। ਜੇ ਸੈਲੀਬ੍ਰਿਟੀ ਪ੍ਰੋਟੈਕਟਡ ਨਹੀਂ ਹੈ, ਇੰਨਾ ਮਤਲਬ ਉਹ ਟੈਕਸ ਪਈ ਆ ਹਾਇਰ, ਸਾਰਾ ਕੁਝ ਹਰ ਪਾਸੇ ਨੂੰ ਪਰਪੱਖ ਹੈ, ਸਰ ਕੌਣ ਫਿਰ ਸੇਫ ਹੈ ਇੱਥੇ ਸਟੇਟ ਦੇ ਵਿੱਚ? 1 ਐਂਡ ਸੈਕੰਡਲੀ, ਔਰ ਸਾਰੀ ਇਹ ਇਨਵੈਸਟੀਗੇਸ਼ਨ ਇਹਨਾਂ ਨੇ ਕੀਤੀ ਆ। ਹੁਣ ਇੱਕ ਉਹ ਗੈਂਗਸਟਰ ਨੂੰ ਲਿਆਂਦਾ ਸੀ ਦਿੱਲੀ ਤੋਂ, ਉੱਥੋਂ ਇਹ ਬਿਲਕੁਲ ਕਲੀਅਰ ਹੋ ਗਿਆ ਕਿ ਜੇਲ੍ਹਾਂ ਦੇ ਵਿੱਚੋਂ ਹੀ ਪਲਾਨਿੰਗ ਹੁੰਦੀ ਹੈ। ਕਿ ਜਿਹੜੀਆਂ ਪੰਜਾਬ ਦੀਆਂ ਜੇਲ੍ਹਾਂ ਨੇ ਜਾਂ ਪੂਰੇ ਕੰਟਰੀ ਦੀਆਂ ਜੇਲ੍ਹਾਂ ਨੇ, ਜੇ ਨੇਸ਼ਨ ਵਾਈਡ ਗੱਲ ਕਰੀਏ, ਕਿਉਂਕਿ ਤਿਹਾੜ ਜੇਲ੍ਹ ਤਾਂ ਉੱਥੋਂ ਹੀ ਨਾਟ ਅਪ ਸਟੇਟ ਦੇ ਅੰਡਰ, ਪੰਜਾਬ ਦੇ ਨਹੀਂ ਆਉਂਦੀ, ਕਿ ਅਸੀਂ ਇੰਨੇ ਕੁ ਨਿਫਲ ਹੋ ਚੁੱਕੀਆਂ ਸਾਡੀਆਂ ਸਰਕਾਰਾਂ ਕਿ ਵੀ ਇੱਥੇ ਜੈਮਰ ਨਹੀਂ ਲੱਗ ਸਕਦੇ, ਕਿ ਇੱਥੇ ਫੋਨ ਨਹੀਂ ਬੰਦ ਹੋ ਸਕਦੇ, ਸਿਰਫ ਲੈਂਡਲਾਈਨ ਰਹਿਣ। ਜਿਹੜੇ ਮੁਲਾਜ਼ਮ, ਪੁਲਿਸ ਮੁਲਾਜ਼ਮ ਉੱਥੇ ਬੈਠੇ ਨੇ, ਲੈਂਡਲਾਈਨ 5-4 ਉੱਥੇ ਰਹਿਣ, ਲੈਂਡਲਾਈਨ ਦੇ ਥਰੂ ਹੋਵੇ। ਜੇ ਕੋਈ ਪ੍ਰੋਪਰ ਉਹਦੀ ਰਿਕਾਰਡਿੰਗ ਹੋਵੇ ਹਰ ਕਾਲ ਦੀ, ਜਿਹੜਾ ਆਫੀਸਰ ਉੱਥੇ ਬੈਠਾ ਉਹਦੇ ਕੋਲ ਵੀ ਫੋਨ ਦੀ ਪਰਮਿਸ਼ਨ ਨਾ ਹੋਵੇ। ਜੇ ਕੋਈ ਪ੍ਰੋਬਲਮ ਆਉਂਦੀ ਹੈ, ਕੀ ਨਹੀਂ ਕਰ ਸਕਦੀ ਸਰਕਾਰ? ਜੈਮਰ ਨਹੀਂ ਲੱਗਦੇ ਕਿਤੇ, ਕੋਈ ਤੁਸੀਂ ਐਜੀਟੇਸ਼ਨ ਕਰ ਲਓ, ਤੁਹਾਡਾ ਉਹ ਏਰੀਆ ਉੱਥੇ ਜੈਮਰ ਖੜੇ ਗੱਡੀਆਂ ਕਰ ਦਿੰਦੇ, ਉੱਥੇ ਸਿਗਨਲ ਖਤਮ ਹੋ ਜਾਂਦਾ। ਐਦਾਂ ਦਾ ਵੀ ਇੱਕ ਆਸਪੈਕਟ ਹਾਈ ਕੋਰਟ ਦੇ ਵਿਚਾਰ ਅਧੀਨ ਹੈ, ਜਿੱਥੇ ਪੰਜਾਬ ਸਰਕਾਰ ਕੋਈ ਰਿਪਲਾਈਆਂ ਫਾਈਲ ਕੀਤੀਆਂ ਜਾ ਰਹੀਆਂ, ਨਸ਼ੇ ਜਾ ਰਹੇ ਨੇ। ਔਰ ਇਹ ਜਿਹੜਾ ਵਰਕ ਪੰਜਾਬ ਦਾ ਹਾਲਾਤ ਜਿਹੜੇ ਨੇ, ਮਤਲਬ ਇਟਸ ਵੈਰੀ, I don't know what is going to happen with my state in future। ਔਰ ਮੈਂ ਇਹੀ ਅਰਦਾਸ ਕਰਦਾ ਕਿ ਵੀ ਕੋਈ ਨਾ ਕੋਈ ਏਦਾਂ ਦਾ, ਹਾਂ ਇਹ ਸਰਕਾਰ ਤੋਂ ਉਮੀਦਾਂ ਬਹੁਤ ਨੇ, ਲੈਟਸ ਹੋਪ ਫਾਰ ਦੀ ਬੈਸਟ ਕਿ ਕੋਈ ਨਾ ਕੋਈ ਅੱਛਾ ਮਤਲਬ ਕੋਈ ਏਦਾਂ ਦਾ ਲਾਅ ਆਵੇ ਜਾਂ ਕੋਈ ਏਦਾਂ ਦੀ ਪ੍ਰੋਟੈਕਸ਼ਨ ਮਿਲੇ ਜਿੱਥੇ ਅਸੀਂ ਕਹੀਏ। ਔਰ ਜਿੱਥੇ ਇਹਨਾਂ ਦੇ ਮਾਂ-ਬਾਪ, ਇਹ ਤਾਂ ਮੈਨੂੰ ਤਾਂ ਮਤਲਬ ਮਾਂ-ਬਾਪ ਦਾ ਜੋ ਅੱਜ ਦਾ ਮੈਂ ਸਟੇਟਮੈਂਟ ਵੀ ਸੁਣ ਰਿਹਾ, ਐਡਾ ਬੰਦੇ ਨੂੰ ਲੋਕੀ ਰੋਂਦੇ ਮੈਂ ਦੇਖੇ ਨੇ। ਮਾਂ-ਬਾਪ ਪਤਾ ਨਹੀਂ ਕਿੱਦਾਂ ਉਹਦਾ ਟਾਈਮ ਪਾਸ ਕਰਦੇ ਨੇ ਅੱਜ ਦੀ ਡੇਟ ਦੇ ਵਿੱਚ। ਬਿਲਕੁਲ। ਔਰ ਉਹਨਾਂ ਨੂੰ ਜੇ ਇਨਸਾਫ ਮਿਲ ਜੂਗਾ, ਹੋਰ ਉਹ ਲੰਬੀ ਖੁਸ਼ੀ ਭਰੀ ਜ਼ਿੰਦਗੀ ਰਹਿੰਦੀ ਆਪਣੀ ਬਤੀਤ ਕਰਨਗੇ। ਔਰ ਸਾਰਿਆਂ ਦੀਆਂ ਦੁਆਵਾਂ ਵੀ ਇਹ ਨੇ ਵੀ ਹੋਵੇ ਏਦਾਂ ਦਾ, ਹਨਾ, ਕੋਈ ਲਾਅ ਹੋਣਾ ਜਾਂ ਕੀ ਹੋਣਾ। ਜਾਂਦੇ ਜਾਂਦੇ ਬਸ ਅਖੀਰਲਾ ਸਵਾਲ ਕਿ
ਯੂਥ ਜਿਹੜਾ ਪੰਜਾਬ ਦਾ, ਤੁਹਾਡੇ ਕੋਲ ਹੀ ਬੜੇ ਇਹੋ ਜਿਹੇ ਕੇਸ ਆਏ ਹੋਣਗੇ ਵੀ ਇਹ ਇੱਧਰ ਗੈਂਗਸਟਰਾਂ ਵਾਲੇ ਪਾਸੇ ਕਿਉਂ ਪ੍ਰਭਾਵਿਤ ਹੁੰਦਾ ਹੈ, ਕਿਹੜੀ ਚੀਜ਼ ਇਹਨਾਂ ਨੂੰ ਅਟਰੈਕਟ ਕਰ ਰਹੀ ਹੈ? ਯੂਥ ਇੱਧਰ ਜਾ ਰਿਹਾ, ਤੁਸੀਂ ਦੇਖੋ ਵੀ ਗੋਲਡੀ ਬਰਾੜ ਕੈਨੇਡਾ 'ਚ ਬੈਠ ਕੇ ਕਿਵੇਂ ਪੰਜਾਬ ਦੇ ਯੂਥ, ਉੱਥੋਂ ਦੇ ਲੋਕ ਮੁੰਡਿਆਂ ਨੂੰ, ਇੱਥੋਂ ਦੇ ਮੁੰਡਿਆਂ ਨੂੰ ਬਰਗਲਾਉਂਦਾ ਹੈ, ਕਿਵੇਂ ਉਹਨਾਂ ਦਾ ਬ੍ਰੇਨ ਵਾਸ਼ ਕਰਦਾ ਹੈ। ਇਹੋ ਜਿਹੀਆਂ ਵਾਰਦਾਤਾਂ ਬਹੁਤ ਹੋਣ ਲੱਗ ਗਈਆਂ, ਚਾਹੇ ਉਹ ਨਸ਼ਾ ਤਸਕਰੀ ਨੂੰ ਲੈ ਕੇ, ਤਾਂ ਇੱਧਰਲੇ ਪਾਸੇ ਕਿਉਂ ਯੂਥ ਜਾ ਰਿਹਾ? ਦੇਖੋ, ਅਨਐਮਪਲੋਇਮੈਂਟ ਇਜ਼ ਦੀ ਮੇਨ ਰੀਜ਼ਨ ਫਾਰ ਦੀ ਸੇਮ। ਜਿਹੜਾ ਵਿਲੜ ਹੋਊਗਾ ਉਹ ਬੰਦਾ, ਉਹਨੂੰ ਪੈਸੇ ਚਾਹੀਦੇ ਆ, ਔਰ ਇੱਕ ਦੂਜੇ ਨੰਬਰ ਤੇ ਜਿਹੜਾ ਨਸ਼ੇ ਦੀ ਲੱਤ ਲੱਗੀ ਉਹਨੇ ਪੂਰਾ ਕਰਨ ਵਾਸਤੇ ਪੈਸਾ ਚਾਹੀਦਾ। ਪੈਸੇ ਲਈ ਉਹਨੂੰ ਕੋਈ ਮਾਇਨੇ ਨਹੀਂ ਰੱਖਦਾ ਵੀ ਕਿਸੇ ਨੂੰ ਮਾਰਨਾ, ਕਿਸੇ ਦਾ ਕੋਈ ਚੋਰੀ ਕਰਨੀ ਹੈ, ਜਾਂ ਕਿਸੇ ਦਾ ਲੱਤ ਕੱਟਣ, ਬਾਂਹ ਵੱਢਣੀ ਹੈ, ਕੀ ਕਰਨਾ ਹੈ। ਔਰ ਜਿੱਥੋਂ ਤੱਕ ਤੁਸੀਂ ਪੰਜਾਬ ਤੱਕ ਆਪਾਂ ਕਨਫਾਈਨ ਨਾ ਕਰੀਏ, ਕਿਉਂਕਿ ਇਸ ਕੇਸ ਦੇ ਵਿੱਚ ਅਗਰ ਤੁਸੀਂ ਦੇਖੋ ਤਾਂ ਇਕੱਲੇ ਪੰਜਾਬ ਦੇ ਗੈਂਗਸਟਰ ਇਨਵੋਲਵ ਨਹੀਂ, ਨਾਲ ਦੀਆਂ ਨੇਬਰਿੰਗ ਸਟੇਟਸ ਦੇ, ਯੂਪੀ ਜਾਂ ਹਰਿਆਣਾ ਚੋਂ ਤੁਸੀਂ ਦੇਖ ਰਹੇ ਹੋ, ਜੋ ਜਿੱਥੋਂ ਕਾਰਾਂ ਮਿਲੀਆਂ ਨੇ, ਓਨਲੀ ਪੰਜਾਬ ਦਾ ਨਹੀਂ ਹੈ ਇਹ, ਮਤਲਬ ਪੂਰੇ ਇੰਡੀਆ ਦਾ ਹੀ ਇੱਕ ਇਹ ਪ੍ਰੋਬਲਮ ਬਣ ਚੁੱਕੀ ਹੈ। ਹਾਂ, ਫੋਰਨ ਕੰਟਰੀ ਦੇ ਵਿੱਚ ਵੀ ਐਦਾਂ ਦੇ ਬਹੁਤ ਜਿਹੜੇ ਸ਼ਰਾਰਤੀ ਅੰਸਰ ਹੁੰਦੇ ਨੇ, ਪਰ ਸਰਕਾਰਾਂ ਨੂੰ ਦੇ ਹੱਥ 'ਚ ਕੰਟਰੋਲ ਹੈ, ਕੰਟਰੋਲ ਕੀਤਾ ਜਾ ਸਕਦਾ, ਬਿਲਕੁਲ ਕਰਨਾ ਚਾਹੀਦਾ। ਔਰ ਆਈ ਡੋਂਟ ਨੋ ਵੀ ਕਿਉਂ ਨਹੀਂ ਪੰਜਾਬ ਦੇ ਵਿੱਚ ਤਾਂ ਬਹੁਤ ਸਟ੍ਰਿਕਟਨੈਸ। ਪੰਜਾਬ ਦੀ ਨਫਰੀ ਮੈਂ ਤੁਹਾਨੂੰ ਇੱਕ ਹੋਰ ਦੱਸ ਦਿੰਦਾ, ਸਾਡੇ ਨਾਲ ਸਟੇਟ ਆਫ ਹਿਮਾਚਲ ਲੱਗਦੀ ਹੈ, ਹਰਿਆਣਾ ਲੱਗਦੀ ਹੈ, ਦੋਹੇ ਸਟੇਟਾਂ ਨਾਲੋਂ ਜ਼ਿਆਦਾ ਨਫਰੀ ਹੈ ਪੰਜਾਬ ਦੀ ਪੁਲਿਸ ਦੀ। ਔਰ ਪੰਜਾਬ ਪੁਲਿਸ ਕਿਉਂ ਨਹੀਂ ਕਰ ਰਹੀ, ਕੀ ਨਹੀਂ ਹੋ ਰਿਹਾ, ਮੈਂ ਇਹਦੇ ਤੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਸਰ। ਔਰ ਇਹ ਬੜੀ ਸ਼ਰਮਨਾਕ ਗੱਲ ਹੈ ਕਿ ਇੰਨੀ ਨਫਰੀ ਹੋਣ ਦੇ ਬਾਵਜੂਦ ਵੀ ਅਸੀਂ ਆਪਣੇ ਐਡੇ ਇੰਪੋਰਟੈਂਟ ਤੇ ਐਡੇ ਮਤਲਬ ਹੋਣਹਾਰ ਬੱਚੇ ਗਵਾ ਰਹੇ ਹਾਂ। ਇਹਦਾ ਕਿਤੇ ਅੱਜ ਤਾਂ ਆਪਾਂ ਬੈਠੇ ਹੋਏ ਗੱਲ ਕਰ ਰਹੇ ਹਾਂ, ਇਸ ਬੰਦੇ ਨੇ ਪੰਜਾਬੀਅਤ ਨੂੰ ਕਿੱਥੋਂ ਤੱਕ ਲੈ ਜਾਣਾ ਸੀ, ਇਹ ਕੋਈ ਕਹਿ ਸਕਦਾ? ਪੰਜਾਬੀਅਤ ਨੂੰ, ਔਰ ਜੋ ਸਾਡਾ ਕਲਚਰ ਹੈ ਪੰਜਾਬ ਦਾ, ਕਿਰਸਾਨੀ ਹੈ, ਠਾਠ, ਤੁਸੀਂ ਗਾਣੇ ਤੇ ਸੁਣੋ, ਠਾਠ ਪੰਜਾਬੀ ਦੇ ਬੰਦਾ ਜਿਹੜੇ ਪਿੰਡਾਂ 'ਚ ਸਿੱਖ ਕੇ ਆਇਆ, ਉਹ ਕਈ ਦੇਖਦੇ ਵੀ ਇਹਦਾ ਮੀਨਿੰਗ ਕੀ ਹੈ, ਕਿੱਥੋਂ ਆਇਆ, ਉਹਨੂੰ ਕਿੱਦਾਂ ਪੰਜਾਬੀ ਮਾਂ ਬੋਲੀ ਨੂੰ ਜਿੰਦਾ ਕਿੱਥੇ ਤੱਕ ਕਰ ਜਾਂਦਾ ਹੈ ਇੱਕ ਮਤਲਬ ਇਹ ਤਾਂ ਬਹੁਤ ਦੁਖਦ ਗੱਲ ਹੈ ਜਿਹੜੀ ਤੇ ਆਪਾਂ ਅੱਜ ਗੱਲ ਕਰ ਰਹੇ ਹਾਂ। ਇਹਨਾਂ ਨੂੰ ਫੜ ਲੈਣਾ, ਬਿਲਕੁਲ ਫੜਨਾ ਚਾਹੀਦਾ, ਤਾਂ ਜੋ ਕੱਲ ਨੂੰ ਕੋਈ ਹੋਰ ਹਿੰਮਤ ਨਾ ਕਰੇ, ਔਰ ਇਦਾਂ ਦੀ ਸਜ਼ਾ ਇਹਨਾਂ ਨੂੰ ਹੋਣੀ ਚਾਹੀਦੀ ਹੈ ਵਿਦਨ ਟਾਈਮ ਬਾਉਂਡ ਮੈਨਰ। ਸਟੇਟ ਜਾਂ ਸੈਂਟਰ ਕੀ ਨਹੀਂ ਕਰ ਸਕਦਾ, ਬਿਲਕੁਲ ਹੋ ਸਕਦਾ, ਇੰਟੈਂਸ਼ਨ ਹੋਣੀ ਚਾਹੀਦੀ ਹੈ। ਜੇ ਐਕਸਟ੍ਰੈਡੀਸ਼ਨ ਵਾਸਤੇ ਜਿਹੜਾ ਪ੍ਰੋਸੀਜਰ ਆ ਉਹ ਇਮੀਡੀਏਟਲੀ ਹੁਣੇ ਇੱਕ ਪੈਨਲ ਐਡਵੋਕੇਟਸ ਦਾ ਫਾਰਮ ਆਊਟ ਕਰਕੇ ਇੰਟਰਨੈਸ਼ਨਲ ਲੈਵਲ ਤੇ ਉਹਨੂੰ ਪ੍ਰੋਸੀਡ ਕਰਨ। ਜੋ ਰਿਕੁਆਇਰਮੈਂਟ ਯੂਐਸਏ ਦੇ ਲਾਅ ਦੀ ਆ, ਤੁਸੀਂ ਆਨਲਾਈਨ ਵੀ ਪਿਆ, ਬੁੱਕਸ ਦੇ ਵਿੱਚ ਵੀ ਪਿਆ, ਜੋ ਉਹਨਾਂ ਦੀ ਰਿਕੁਆਇਰਮੈਂਟ ਆ ਉਸ ਅਕੋਰਡਿੰਗਲੀ ਪੇਪਰ ਤਿਆਰ ਕਰਕੇ ਉਹ ਉੱਥੇ ਪ੍ਰੋਡਿਊਸ ਕਰਕੇ ਉਹਨੂੰ ਐਕਸਟ੍ਰੈਡਾਈਟ ਕਰਾਓ। ਬਿਲਕੁਲ। ਚਰਨਪਾਲ ਜੀ, ਤੁਸੀਂ ਅੱਜ ਬਹੁਤ ਇੰਪੋਰਟੈਂਟ ਮੁੱਦੇ ਤੇ ਸਾਡੇ ਨਾਲ ਜੁੜੇ ਤੇ ਆਪਣੀ ਰਾਏ ਰੱਖੀ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਲਈ। ਸਤਿ ਸ਼੍ਰੀ ਅਕਾਲ। ਥੈਂਕ ਯੂ ਸਰ, ਥੈਂਕ ਯੂ। ਸੋ ਇਹ ਸੀ ਸੀਨੀਅਰ ਐਡਵੋਕੇਟ ਚਰਨਪਾਲ ਸਿੰਘ ਜੀ। ਇਹਨਾਂ ਦਾ ਵੀ ਇਹ ਕਹਿਣਾ, ਇਹਨਾਂ ਸੁਖਾਲਾ ਨਹੀਂ, ਗੋਲਡੀ ਬਰਾੜ ਨੂੰ ਡਿਟੇਨ ਤਾਂ ਕਰ ਲਿਆ, ਜੇ ਡਿਟੇਨ ਕੀਤਾ ਗਿਆ, ਪਰ ਇੰਨਾ ਸੁਖਾਲਾ ਨਹੀਂ ਕਿ ਉਹਨੂੰ ਪੰਜਾਬ ਜਾਂ ਭਾਰਤ ਦੀ ਧਰਤੀ ਤੇ ਲਿਆਇਆ ਜਾ ਸਕੇ। ਪਰ ਗੇਂਦ ਹੁਣ ਹਾਲੇ ਕੇਂਦਰ ਸਰਕਾਰ ਦੇ ਪਾਲੇ 'ਚ ਹੈ। ਦੇਖਣਾ ਹੈ ਕਿ ਉਹ ਕਿੰਨੀ ਤੇਜ਼ੀ ਨਾਲ ਇਸ ਕੇਸ ਨੂੰ ਲੈ ਕੇ ਯੂਐਸ ਗਵਰਨਮੈਂਟ ਦੇ ਨਾਲ ਅੱਗੇ ਆਪਦਾ ਕੇਸ ਪੁੱਟ ਕਰਦੀ ਹੈ। ਖੈਰ, ਅੱਜ ਦੇ ਨਜ਼ਰੀਏ 'ਚ ਬਸ ਇੰਨਾ ਹੀ। ਕੱਲ ਫਿਰ ਮਿਲਾਂਗੇ ਨਵੀਂ ਖਬਰ ਤੇ ਨਜ਼ਰ ਲੈ ਕੇ, ਨਜ਼ਰੀਆ ਬਿਯੋਂਡ ਦਾ ਵਿੱਚ। ਤਦ ਤੱਕ ਦੋ ਮੈਨੂੰ ਇਜਾਜ਼ਤ। ਸਤਿ ਸ਼੍ਰੀ ਅਕਾਲ।